ਸਤਨਾਮ ਸ੍ਰੀ ਵਾਹਿਗੁਰੂ ਜੀ। ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ, ਚੋਰ ਯਾਰ ਜੂਆਰ ਹਉ ਪਰ ਕਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਮਾਝ ਮਹੱਲਾ ਪੰਜਵਾ। ਸਾ ਰੁੱਤ ਸੁਹਾਵੀ ਜਿਤ ਤੁਧ ਸਮਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ। ਸਾ ਰੁੱਤ ਸੁਹਾਵੀ ਜਿਤ ਤੁਧ ਸਮਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਮਿਤ ਮਿਹਰ ਬਖਸ਼ਿਸ਼ ਦਾ ਸਦਕਾ ਜੋ ਹਜ਼ੂਰ ਦੇ ਸ਼੍ਰੀ ਮੁੱਖ ਵਾਕ ਪਾਵਨ ਪਵਿੱਤਰ ਮੁੱਖ ਵਾਕ ਬਚਨਾਂ ਦੀ ਜੋ ਲੜੀਵਾਰ ਵਿਚਾਰ ਆਰੰਭ ਹੈ, ਗੁਰੂ ਕਿਰਪਾ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 97 ਤੱਕ ਇਹ ਵਿਚਾਰ ਪਹੁੰਚ ਚੁੱਕੀ ਹੈ। ਆਓ ਸਤਿਗੁਰੂ ਜੀ ਦੇ ਮੁਬਾਰਕ ਬਚਨਾਂ ਨੂੰ ਅੱਗੇ ਵਿਚਾਰੀਏ, ਸੁਣੀਏ, ਤਾਂ ਕਿ ਹਜ਼ੂਰ ਦੇ ਮੁਬਾਰਕ ਬਚਨ ਸਾਡੇ ਹਿਰਦਿਆਂ ਅੰਦਰ ਨਿਵਾਸ ਕਰਨ। ਰਾਗ ਦਾ ਨਾਮ ਹੈ ਮਾਝ। ਇਸ ਮਾਝ ਰਾਗ ਵਿੱਚ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ ਨੇ। ਸਾ ਰੁੱਤ ਸੁਹਾਵੀ ਜਿਤ ਤੁਧ ਸਮਾਲੀ। ਹੇ ਵਾਹਿਗੁਰੂ ਜੀ, ਸਾ ਉਹ ਰੁੱਤ, ਜਿਵੇਂ ਹਿੰਦੁਸਤਾਨ ਦੇ ਵਿੱਚ ਸਾਲ ਦੇ ਅੰਦਰ 6 ਰੁੱਤਾਂ ਮੰਨੀਆਂ, 2-2 ਮਹੀਨਿਆਂ ਦੀ ਇੱਕ ਰੁੱਤ ਹੈ। ਜਿਵੇਂ ਚੇਤ ਵਿਸਾਖ ਇਹ ਬਸੰਤ ਰੁੱਤ ਦੇ ਮਹੀਨੇ ਨੇ, ਜੇਠ ਤੇ ਆਹਾੜ ਇਹ ਸਾਧ ਸੰਗਤ ਜੀ ਗਰੀਖਮ ਰੁੱਤ ਹੈ। ਸਾਵਣ ਤੇ ਭਾਦਰੋਂ ਇਹ ਪਾਵਸ ਰੁੱਤ ਯਾਨੀ ਕਿ ਬਰਸਾਤ ਰੁੱਤ ਹੈ। ਅੱਸੂ ਤੇ ਕੱਤਕ ਇਹ ਸਰਦ ਰੁੱਤ ਦੇ ਮਹੀਨੇ ਹਨ। ਇਸ ਤੋਂ ਅੱਗੇ ਮੱਘਰ ਤੇ ਪੋਖ ਇਹ ਸੀਤਲ ਰੁੱਤ ਹੈ, ਅਤੇ ਇਸ ਤੋਂ ਅੱਗੇ ਸਿਸਿਰ ਰੁੱਤ ਹੈ 2 ਮਹੀਨਿਆਂ ਦੀ। ਇਤਿਆਦਿਕ ਜਿਹੜੇ ਇਹ ਵਿਦੇਸ਼ ਹਨ, ਅਮਰੀਕਾ, ਇੰਗਲੈਂਡ ਆਦਿਕ, ਇਹਨਾਂ ਵਿੱਚ ਇਹਨਾਂ ਨੇ 6 ਰੁੱਤਾਂ ਨਹੀਂ ਮੰਨੀਆਂ। ਇਹ ਸਪਰਿੰਗ ਮੰਨਦੇ ਨੇ ਅਤੇ ਸਮਰ ਅਤੇ ਵਿੰਟਰ 3 ਹੀ ਤਕਰੀਬਨ ਮੰਨਦੇ ਨੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਕਹਿ ਰਹੇ ਨੇ ਕਿ ਭਾਵੇਂ ਲੋਕਾਂ ਨੇ ਜਿਹੜੀ ਬਸੰਤ ਰੁੱਤ ਹੈ ਬੜੀ ਚੰਗੀ ਮੰਨੀ ਹੈ, ਜਾਂ ਸਾਵਣ ਭਾਦਰੋਂ 'ਚ ਜਿਹੜੀ ਪਾਵਸ ਰੁੱਤ ਹੈ ਉਹਨੂੰ ਬੜਾ ਸਲਾਹਿਆ, ਪਰ ਹਜ਼ੂਰ ਕਹਿੰਦੇ ਨੇ ਜੇ ਵਾਹਿਗੁਰੂ ਚੇਤੇ ਨਾ ਆਵੇ, ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਭਾਵੇਂ ਭਲੀ ਰੁੱਤ ਵੀ ਹੋਵੇ, ਜਿਸ ਦਿਨ ਵਾਹਿਗੁਰੂ ਵਿਸਰ ਜਾਂਦਾ ਹੈ ਉਹ ਰੁੱਤ ਫਿਟਕਾਰਯੋਗ ਹੈ। ਇੱਥੇ ਹਜ਼ੂਰ ਦੱਸ ਰਹੇ ਨੇ ਕਿ ਉਹ ਰੁੱਤ, ਉਹ ਮੌਸਮ ਸ਼ੋਭਨੀਕ ਹੈ ਸਾਡੇ ਵਾਸਤੇ, ਜਿਸ ਰੁੱਤ ਵਿੱਚ ਇਹ ਵਾਹਿਗੁਰੂ ਜੀ ਤੁਹਾਨੂੰ ਅਸੀਂ ਸਿਮਰਦੇ ਹਾਂ, ਤੁਹਾਨੂੰ ਚੇਤੇ ਕਰਦੇ ਹਾਂ, ਤੁਹਾਨੂੰ ਯਾਦ ਕਰਦੇ ਹਾਂ। ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿਤ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ। ਉਹ ਕੰਮ ਹੀ ਸੁਹੇਲਾ ਸੁਖਦਾਈ ਹੈ, ਜਿਸ ਕੰਮ ਵਿੱਚ ਤੇਰੀ ਘਾਲ ਘਾਲੀ ਜਾਏ। ਜਿਵੇਂ ਨਾਮਦੇਵ ਜੀ ਕੱਪੜੇ ਹੀ ਧੋ ਰਹੇ ਸਨ, ਤਾਂ ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਤਿਲੋਚਨ ਭਗਤ ਮਿੱਤਰ ਸੀ, ਸਮਕਾਲੀ ਸਨ ਇਹਨਾਂ ਦੇ। ਉਹ ਕਹਿਣ ਲੱਗੇ ਬਈ ਨਾਮਦੇਵ ਤਾਂ ਮਾਇਆ 'ਚ ਮੋਹਿਆ ਹੋਇਆ। ਕਾਹੇ ਸ਼ੀਪਾਹੋ ਛਾਏ ਲੈ ਰਾਮ ਨ ਲਾਹੋ ਚੀਤ। ਹੇ ਸ਼ੀਂਬੇ ਨਾਮਦੇਵ, ਕੀ ਲੋਕਾਂ ਦੇ ਕੱਪੜੇ ਧੋਂਦਾ ਅਤੇ ਠੱਪੇ 'ਚ ਲਾਈ ਜਾਂਦਾ, ਰਾਮ ਪਰਮੇਸ਼ਰ ਨਾਲ ਤੂੰ ਚਿੱਤ ਨਹੀਂ ਲਾਉਂਦਾ।
ਤਾਂ ਨਾਮਦੇਵ ਜੀ ਨੇ ਜਵਾਬ ਦਿੱਤਾ ਸੀ, ਜੋ ਕਬੀਰ ਜੀ ਲਿਖਦੇ ਨੇ, ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਵੀ ਉਹ ਅਵਸਥਾ ਜਿੱਥੇ ਚਿੱਤ ਨਿਰੰਜਨ ਪਰਮੇਸ਼ਰ ਨਾਲ ਜੁੜਿਆ ਹੋਇਆ, ਉਹ ਕੰਮ ਵੀ ਸ਼ੋਭਨੀਕ ਹੈ। ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ, ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਉਹ ਕੰਮ ਸੁਖਦਾਈ ਹੈ। ਜਿਸ ਕੰਮ ਵਿੱਚ ਤੇਰੇ ਨਾਮ ਦੀ ਘਾਲ ਘਾਲੀ ਹੈ, ਭਾਵ ਕਿ ਭਗਤੀ ਕਰਨੀ ਹੀ ਕੰਮ ਸੁਖਦਾਈ ਹੈ, ਜਾਂ ਭਗਤੀ ਕਰਦਿਆਂ ਹੋਇਆਂ ਕੋਈ ਕੰਮ ਕਰਨਾ, ਉਹ ਕੰਮ ਸੁਖਦਾਈ ਹੈ, ਸੁਖ ਦੇਣ ਵਾਲਾ ਹੈ। ਜੋ ਸੋ ਹਿਰਦਾ ਸੁਹੇਲਾ, ਉਹ ਹਿਰਦਾ ਵੀ ਬੜਾ ਸੁਖੀ ਹੈ, ਸੁਖਮਈ ਹੈ, ਸੁਖ ਦੇ ਸਹਿਤ ਹੈ। ਜਿਤ ਹਿਰਦਾ ਤੋਂ ਉੱਠਾ, ਜਿਸ ਹਿਰਦੇ ਅੰਦਰ ਹੈ ਵਾਹਿਗੁਰੂ ਜੀ ਤੁਸੀਂ ਪ੍ਰਗਟ ਰੂਪ ਵਿੱਚ ਵਸ ਪਏ ਹੋ। ਉਂਝ ਤਾਂ ਵਾਹਿਗੁਰੂ ਜੀ ਸਾਰੀ ਸ੍ਰਿਸ਼ਟੀ ਅੰਦਰ ਵਸ ਰਹੇ ਨੇ। ਜਿਵੇਂ ਬਚਨ, ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁੱਝੈ ਗਵਾਰੀ। ਹੇ ਵਾਹਿਗੁਰੂ ਜੀ, ਸਾਰਿਆਂ ਦੇ ਹਿਰਦਿਆਂ 'ਚ ਗੁਪਤ ਹੋ ਕੇ ਤੁਸੀਂ ਵਸ ਰਹੇ ਹੋ, ਪਰ ਪ੍ਰਗਟ ਨਹੀਂ ਹੋ। ਮਨਮੁਖਾਂ ਦੇ ਤਾਈਂ ਪ੍ਰਗਟ ਨਹੀਂ, ਗੁਰਮੁਖਾਂ ਵਾਸਤੇ ਪ੍ਰਗਟ ਹੋ। ਉਹ ਗੁਰਮੁਖਾਂ ਦਾ ਹਿਰਦਾ ਸੁਖਦਾਈ ਹੈ, ਸੁਖੀ ਹੈ, ਜਿਸ ਹਿਰਦੇ ਵਿੱਚ ਤੁਸੀਂ ਮਹਾਰਾਜ ਵਸ ਪਏ। ਸਭਨਾ ਕੇ ਦਾਤਾ ਰਾਜ, ਹੇ ਸਭਨਾ ਸਾਰੀ ਸ੍ਰਿਸ਼ਟੀ ਸਾਰੀ ਕੁਦਰਤ ਦੇ ਜੀਆਂ ਦੇ ਦਾਤਾਰ ਜੀਓ ਪਰਮਾਤਮਾ ਜੀ, ਤੂੰ ਸਾਂਝਾ ਸਾਹਿਬ, ਸਾਂਝਾ ਸਾਹਿਬ ਬਾਪ ਹਮਾਰਾ। ਤੁਸੀਂ ਮਹਾਰਾਜ ਸਾਡੇ ਸਾਰਿਆਂ ਜੀਆਂ ਦੇ ਸਾਂਝੇ ਸਾਹਿਬ ਮਾਲਕ ਹੋ। ਸਭਨਾ ਦੇ ਨਾਲ ਤੁਹਾਡੀ ਸਾਂਝ ਹੈ, ਸਾਰੇ ਤੁਹਾਨੂੰ ਆਪਣਾ ਜਾਣਦੇ ਨੇ। ਹੱਬੇ ਜਾਣਨੇ ਆਪਣਾ ਕਹੀ ਨਾ ਠਾਹੇ ਚਿੱਤ। ਤੁਸੀਂ ਸਾਡੇ ਪਿਤਾ ਰੂਪ ਵੀ ਹੋ, ਕਿਉਂਕਿ ਸ੍ਰਿਸ਼ਟੀ ਤੁਹਾਂ ਸਾਜੀ ਅਤੇ ਸਾਰਿਆਂ ਦੀ ਸੰਭਾਲ ਵੀ ਕਰ ਰਹੇ ਹੋ। ਇਸ ਕਰਕੇ ਸਾਹਿਬ ਮਾਲਕ ਵੀ ਤੁਸੀਂ ਹੋ, ਸਾਡੇ ਸਭ ਦੇ ਸਾਂਝੇ, ਅਤੇ ਸਾਡੇ ਸਾਰਿਆਂ ਜੀਆਂ ਦੇ ਤੁਸੀਂ ਬਾਪ ਵੀ, ਪਿਤਾ ਰੂਪ ਵੀ ਹੋ। ਨੌ ਨਿਧ ਤੇਰਾ ਅਖੁੱਟ ਭੰਡਾਰਾ। ਹੇ ਵਾਹਿਗੁਰੂ ਜੀ, ਜਿੰਨੀ ਮਾਇਆ ਤੁਸੀਂ ਰਚੀ ਹੈ, ਦੁਨਿਆਵੀ ਖਜ਼ਾਨੇ, 9 ਦੀਆਂ 9 ਨਿਧਾਂ, ਕਲਪ ਮਹਾਕਲਪ ਆਦਿਕ, ਇਹ ਸਭ ਤੁਹਾਡੀਆਂ ਹਨ, ਤੁਹਾਡੇ ਪਾਸ ਹਨ, ਕਿਉਂਕਿ ਵਾਹਿਗੁਰੂ ਦੇ ਅਧੀਨ ਹੈ ਸਾਰੀ ਕੁਦਰਤ, ਸ੍ਰਿਸ਼ਟੀ, ਮਾਇਆ ਸਭ। ਅਤੇ ਤੁਹਾਡੇ ਭੰਡਾਰ ਜੋ ਹਨ ਸੱਚੇ ਪਾਤਸ਼ਾਹ ਜੀ, ਉਹ ਅਖੁੱਟ ਅਮੁੱਕ ਹਨ। ਉਹਨਾਂ ਭੰਡਾਰਿਆਂ ਦੇ ਵਿੱਚ ਜੋ ਕੁਛ ਤੁਸੀਂ ਪਾਇਆ ਹੈ, ਘਟਣ ਵਾਲਾ ਨਹੀਂ। ਜਿਵੇਂ ਧਰਤੀ ਨੂੰ ਦੇਗ ਕਿਹਾ ਹਜ਼ੂਰ ਮਹਾਰਾਜ ਨੇ, ਧਰਤੀ ਦੇਗ ਮਿਲਿਆ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਸੋ ਇਸ ਪ੍ਰਕਾਰ ਇਹ ਧਰਤੀ ਰੂਪੀ ਦੇਗ ਜੋ ਕੁਝ ਪਾਤਾ, ਇੱਕੋ ਵਾਰੀ ਪਾਤਾ, ਮੁੱਕਦਾ ਹੀ ਨਹੀਂ। ਜਦੋਂ ਤੋਂ ਸ੍ਰਿਸ਼ਟੀ ਬਣੀ ਉਦੋਂ ਤੋਂ ਲੋਕ ਭੋਗ ਪੁੰਜ ਰਹੇ ਨੇ। ਇਸ ਤਰ੍ਹਾਂ ਮਹਾਰਾਜ 9 ਨਿਧਾਂ ਹੀ ਤੁਹਾਡੇ ਅਧੀਨ ਹਨ, ਅਤੇ ਤੁਹਾਡੇ ਭੰਡਾਰਿਆਂ ਦੇ ਵਿੱਚ 9 ਨਿਧਾਂ ਖਜ਼ਾਨੇ ਹਨ ਜੋ ਅਮੁੱਕ ਹਨ। ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵੈ, ਜਿਸ ਦੇ ਤਾਈਂ ਤੁਸੀਂ ਆਪਣਾ ਨਾਮ ਬਖਸ਼ਦੇ ਹੋ। ਹੇ ਸੱਚੇ ਪਾਤਸ਼ਾਹ, ਜਿਸ ਨੂੰ ਤੁਸੀਂ ਦਾਤ ਬਖਸ਼ਦੇ ਹੋ, ਉਹ ਮਨ ਕਰਕੇ ਵੀ ਤ੍ਰਿਪਤ ਹੋ ਜਾਂਦਾ ਹੈ, ਸਰੀਰਕ ਤੌਰ 'ਤੇ ਵੀ ਅਗਾ ਜਾਂਦਾ, ਰੱਜ ਜਾਂਦਾ। ਸੋਈ ਭਗਤ ਤੁਮਾਰਾ ਜੀਓ। ਸੋ ਸੱਚੇ ਪਾਤਸ਼ਾਹ ਉਹੀ ਤੁਹਾਡਾ ਭਗਤ ਪ੍ਰਵਾਨ ਏਕ ਹੈ, ਤੁਹਾਡੇ ਦਰ 'ਤੇ ਕਬੂਲ ਪੈਣ ਵਾਲਾ, ਤੁਹਾਨੂੰ ਪਸੰਦ ਆਉਣ ਵਾਲਾ। ਅਸਲ ਤੁਹਾਡਾ ਭਗਤ ਉਹ ਹੈ ਜਿਸ ਦੇ ਤਾਈਂ ਤੁਸੀਂ ਤੁੱਠ ਕੇ ਦਾਤ ਬਖਸ਼ਦੇ ਹੋ। ਨਾਨਕ ਸਾਹ ਕਰਮਾਤ ਸਾਹਿਬ ਤੁੱਠੈ ਜੋ ਮਿਲੈ। ਸਾਹਿਬ ਦੇ ਤੁੱਠਣ ਤੋਂ ਜੋ ਦਾਤ ਮਿਲਦੀ, ਉਹੀ ਵੱਡੀ ਬਖਸ਼ਿਸ਼ ਹੈ। ਸਭ ਕੋ ਆਸੈ ਤੇਰੀ ਬੈਠਾ। ਹੇ ਵਾਹਿਗੁਰੂ ਜੀ, ਸਭ ਕੋਈ ਤੁਹਾਡੀ ਬਖਸ਼ਿਸ਼ ਦੀ ਆਸ ਲਾ ਕੇ ਬੈਠਾ ਹੈ। ਤੁਹਾਡੇ 'ਤੇ ਟੇਕ ਆਸ ਹੈ ਸਭ ਨੂੰ ਕਿ ਤੁਸੀਂ ਦਾਤਾਂ ਬਖਸ਼ੋਗੇ। ਹਰ ਇੱਕ ਨੂੰ ਜਿਸ ਤਰ੍ਹਾਂ ਦੀ ਵੀ ਆਸ ਹੈ, ਤੁਹਾਡੇ ਉੱਪਰ ਆਸ ਹੈ। ਘਟ ਘਟ ਅੰਤਰ ਤੂੰ ਹੈ ਉੱਠਾ। ਘਟ ਘੜੇ ਦਾ ਨਾਮ ਹੈ, ਘੜੇ ਤੋਂ ਮਤਲਬ ਸਰੀਰ, ਹਿਰਦਾ ਵੀ ਅਰਥ ਕਰਦੇ ਨੇ। ਹਰੇਕ ਸਰੀਰ ਦੇ ਅੰਦਰ ਤੁਸੀਂ ਉੱਠਾ ਵਸੇ ਹੋਏ ਹੋ ਸੱਚੇ ਪਾਤਸ਼ਾਹ। ਸਭੇ ਸਾਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਬਾਹਰਾ ਜੀ। ਸਾਰੇ ਸੱਚੇ ਪਾਤਸ਼ਾਹ ਤੁਹਾਡੇ ਸਾਂਝੀਵਾਲ, ਭਾਈਵਾਲ ਸਦਾਉਂਦੇ ਨੇ, ਤੁਹਾਡੀਆਂ ਦਾਤਾਂ ਦੇ ਭਾਈਵਾਲ, ਹਿੱਸਾ ਲੈਣ ਵਾਲੇ ਤੁਹਾਡੀਆਂ ਦਾਤਾਂ 'ਚੋਂ। ਅਤੇ ਤੁਸੀਂ ਮਹਾਰਾਜ ਕਿਸੇ ਵੀ ਜੀਵ ਤੋਂ ਬਾਹਰੇ ਨਹੀਂ ਦਿਖਾਈ ਦਿੰਦੇ। ਕੋਈ ਐਸਾ ਜੀਵ ਦਿਖਾਈ ਨਹੀਂ ਦਿੰਦਾ ਜਿਸ ਤੋਂ ਤੁਸੀਂ ਬਾਹਰ ਹੋ, ਉਹਦੇ ਵਿੱਚ ਨਾ ਹੋ। ਸਾਰਿਆਂ ਵਿੱਚ ਹੀ ਸੱਚੇ ਪਾਤਸ਼ਾਹ ਤੁਸੀਂ ਮੌਜੂਦ ਹੋ। ਤੂੰ ਆਪੇ ਗੁਰਮੁਖ ਮੁਕਤ ਕਰਾਏ ਹੈ। ਹੇ ਵਾਹਿਗੁਰੂ ਜੀ,
ਇਕਨਾਂ ਦੇ ਤਾਈਂ ਤੁਸੀਂ ਆਪ ਹੀ ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੇ ਸਨਮੁਖ ਸ਼ਰਨ ਪਾ ਕੇ, ਗੁਰੂ ਦੇ ਸਨਮੁਖ ਬਣਾ ਕੇ, ਗੁਰੂ ਨੂੰ ਸਮਰਪਣ ਕਰਾ ਕੇ ਉਸ ਦਾ, ਅਤੇ ਗੁਰੂ ਦੇ ਆਖੇ ਲਗਾ ਕੇ ਤੋਰ ਲੈਂਦੇ ਹੋ, ਫਿਰ ਉਸ ਨੂੰ ਮੁਕਤ ਕਰ ਦਿੰਦੇ ਹੋ। ਤੁਸੀਂ ਆਪ ਹੀ ਇਕਨਾਂ ਗੁਰਮੁਖਾਂ ਦੀ ਬੰਦ ਖਲਾਸੀ ਕਰਾਉਂਦੇ ਹੋ। ਤੂੰ ਆਪੇ ਮਨਮੁਖ ਜਨਮ ਭਵਾਏ। ਇੱਕ ਐਸੇ ਤੁਸੀਂ ਪੈਦਾ ਕੀਤੇ ਨੇ ਜਿਨ੍ਹਾਂ ਨੂੰ ਸੋਝੀ ਨਹੀਂ ਬਖਸ਼ੀ, ਉਹ ਮਨ ਦੇ ਪਿੱਛੇ ਲੱਗੇ ਹੋਏ ਨੇ। ਮਨਮੁਖ ਵੀ ਤੁਸੀਂ ਹੀ ਪੈਦਾ ਕੀਤੇ ਨੇ, ਔਰ ਗੁਰਮੁਖਤਾਈ ਦੀ ਸੋਝੀ ਤੁਸੀਂ ਬਖਸ਼ ਦਿਓ ਅਤੇ ਉਹ ਗੁਰਮੁਖ ਬਣ ਜਾਣ। ਪਰ ਨਹੀਂ, ਤੁਹਾਡੀ ਰਜਾ ਹੀ ਹੈ। ਉਹਨਾਂ ਦੇ ਕਰਮ ਐਸੇ, ਤੁਸੀਂ ਉਹਨਾਂ ਨੂੰ ਮਨਮੁਖ ਬਣਾ ਛੱਡਿਆ, ਅਤੇ ਫਿਰ ਮਨਮੁਖਾਂ ਨੂੰ ਜਨਮਾਂ 'ਚ ਪਾ ਕੇ ਤੁਸੀਂ ਭਵਾਉਂਦੇ ਹੋ। ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਜੇ ਮਨਮੁਖ ਹੈਨ ਵਾਹਿਗੁਰੂ ਦੇ ਹੁਕਮ ਅੰਦਰ, ਅਤੇ ਮਨਮੁਖਾਂ ਨੂੰ ਸਜ਼ਾ ਵੀ ਹੁਕਮ ਦੇ ਅੰਦਰ ਹੀ ਮਿਲ ਰਹੀ ਹੈ। ਨਾਨਕ ਦਾਸ ਤੇਰਾ ਬਲਿਹਾਰੈ, ਸਭ ਤੇਰਾ ਖੇਲ ਦਸਹਰਾ ਜੀਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ ਕਿ ਮੈਂ ਦਾਸ ਤੇਰੇ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ ਹਾਂ, ਸਦਕੇ ਵਾਰਨੇ ਫੇਰਨੇ ਜਾਂਦਾ ਹਾਂ, ਕਿਉਂਕਿ ਸਭ ਤੇਰਾ ਖੇਲ ਦਸਹਰਾ ਜੀਓ। ਖੇਲ ਇਹ ਤਮਾਸ਼ਾ ਜਗਤ ਦਸਹਰਾ ਪ੍ਰਗਟ ਹੋਇਆ ਜੋ ਇਹ ਤੁਹਾਡਾ ਹੀ ਹੈ। ਇਹ ਤੁਹਾਡਾ ਹੀ ਖੇਲ ਪ੍ਰਗਟ ਰੂਪ 'ਚ ਦਿਖਾਈ ਦੇ ਰਿਹਾ ਹੈ ਜੀ। ਵਾਹਿਗੁਰੂ ਜੀ। ਮਾਝ ਮਹੱਲਾ ਪੰਜਵਾਂ। ਅਗਲਾ ਸ਼ਬਦ ਉਚਾਰਦੇ ਹਨ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ। ਅਨਹਦ ਵਾਜੈ ਸਹਿਜ ਸੁਹੇਲਾ। ਹਜ਼ੂਰ ਆਪਣੀ ਅਵਸਥਾ ਬਿਆਨ ਕਰ ਰਹੇ ਨੇ। ਹਜ਼ੂਰ ਕਹਿੰਦੇ ਨੇ ਕਿ ਇੱਕ ਰਸ ਹੱਦ ਤੋਂ ਰਹਿਤ, ਜਿਹੜਾ ਅਨਹਦ ਨਾਦ ਵਾਜਾ ਹੈ ਤੇਰੇ ਨਾਮ ਦਾ, ਸ਼ਬਦ ਦਾ, ਉਹ ਸਾਡੇ ਹਿਰਦੇ ਅੰਦਰ ਵੱਜ ਰਿਹਾ ਹੈ। ਇੱਕ ਵਿਦਵਾਨਾਂ ਦਾ ਲਿਖਿਆ ਹੋਇਆ ਬਚਨ ਹੈ, ਸਿਆਣੇ ਗੁਰਮੁਖਾਂ ਦਾ, ਵਿਦਵਾਨਾਂ ਦਾ, ਭਈ 5 ਤਰ੍ਹਾਂ ਦੇ ਆਹਤ ਵਾਜੇ ਨੇ। ਆਹਤ ਦਾ ਅਰਥ ਹੁੰਦਾ ਚੋਟ। ਜਿਹੜੇ ਚੋਟ ਦੇਣ ਨਾਲ ਜਿੱਥੋਂ ਆਵਾਜ਼ ਪੈਦਾ ਹੋਏ, ਆਪਣੇ ਆਪ ਆਵਾਜ਼ ਨਾ ਪੈਦਾ ਹੋਏ, ਉਹਨੂੰ ਕਹਿੰਦੇ ਨੇ ਆਹਤ ਵਾਜਾ। ਤਤ ਤੰਤੀ, ਇਹ 5 ਤਰ੍ਹਾਂ ਦੇ ਵਾਜੇ ਨੇ ਆਹਤ ਵਾਜੇ। ਤਤ ਤੰਤੀ, ਜਿਹੜੇ ਤੰਤੀ ਸਾਜ਼ ਵੱਜਦੇ ਨੇ, ਤਊਸ, ਸਰੰਦਾ, ਰਬਾਬ, ਸਾਰੰਗੀ ਆਦਿਕ, ਇਹ ਤੰਤੀ ਜਿਹੜੇ ਸਾਜ਼ ਨੇ, ਇਹਨਾਂ ਨੂੰ ਤਤ ਵਾਜੇ ਕਿਹਾ ਜਾਂਦਾ। ਤਤ ਤੰਤੀ ਬ੍ਰਿਤ ਚਰਮਕਾ, ਅਤੇ ਚਮੜਾ ਜਿਹਨਾਂ 'ਤੇ ਮੜਿਆ ਹੁੰਦਾ, ਢੋਲ ਮਰਦੰਗ ਆਦਿਕ, ਇਹ ਬ੍ਰਿਤ ਵਾਜੇ ਨੇ। ਤਤ ਤੰਤੀ ਬ੍ਰਿਤ ਚਰਮਕਾ ਘਨ ਕਾਂਸੀ ਕੋ ਜਾਨ। ਇੱਕ ਘਨ ਵਾਜੇ ਨੇ, ਜਿਵੇਂ ਕੈਂਸੀਆਂ, ਟੱਲੀਆਂ, ਛੈਣੇ ਆਦਿਕ ਧਾਤੂ ਦੇ ਬਣੇ ਹੋਏ, ਆਪਸ ਵਿੱਚ ਖੜਕਾਉਣ ਨਾਲ ਜਿੱਥੋਂ ਆਵਾਜ਼ ਪੈਦਾ ਹੁੰਦੀ ਹੈ। ਅਤੇ ਨਾਦ ਸ਼ਬਦ ਘਟ ਕੋ ਕਹਿਤ ਸਵਾਸ ਸੁਖਰ ਪਹਿਚਾਨ। ਇੱਕ ਨਾਦ ਸ਼ਬਦ ਨੇ। ਘੜਿਆਂ ਆਦਿਕਾਂ ਉੱਪਰੋਂ ਮੂੰਹ ਖੁੱਲ੍ਹਾ ਹੁੰਦਾ, ਮੜਿਆ ਹੋਇਆ ਨਹੀਂ, ਘੜੇ ਹੋਏ, ਗਾਗਰਾਂ ਹੋਈਆਂ, ਧੱਫੇ ਮਾਰੋ ਅਤੇ ਉਹਨਾਂ ਵਿੱਚੋਂ ਆਵਾਜ਼ ਨਿਕਲਦੀ ਹੈ। ਸੋ ਇਹਨਾਂ ਨੂੰ ਘਨ ਵਾਜੇ, ਨਾਦ ਵਾਜੇ ਕਿਹਾ ਜਾਂਦਾ। ਨਾਦ ਸ਼ਬਦ ਘਟ ਕੋ ਕਹਿਤ ਸਵਾਸ ਸੁਖਰ ਪਹਿਚਾਨ। ਇੱਕ ਸਵਾਸਾਂ ਨਾਲ, ਸਾਹਾਂ ਨਾਲ, ਤੂਤੀਆਂ, ਨਫੀਰੀਆਂ, ਬਾਂਸੁਰੀ, ਅਲਗੋਜੇ ਆਦਿਕ ਜੋ ਵਜਾਏ ਜਾਂਦੇ ਨੇ, ਇਹਨਾਂ ਨੂੰ ਸੁਖਰ ਵਾਜੇ ਕਿਹਾ ਜਾਂਦਾ ਹੈ। ਇਹ 5 ਵਾਜੇ ਨੇ। ਅਤੇ ਜੋ ਗੁਰਮੁਖ ਬੰਦਗੀ ਕਰਕੇ ਆਪਣੇ ਮਨ ਨੂੰ ਸੰਸਾਰ 'ਚੋਂ ਉੱਪਰ ਕੱਢ ਲੈਂਦੇ ਨੇ, ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਅਨਹਦ ਨਾਦ, ਬੈਕੁੰਠੀ ਕੀਰਤਨ ਵੀ ਉਸ ਨੂੰ ਕਿਹਾ ਜਾਂਦਾ ਹੈ। ਹੱਦ ਤੋਂ ਰਹਿਤ ਇੱਕ ਰਸ ਅਨੇਕਾਂ ਸ਼ਾਦੀਆਨੇ ਵੱਜਦਿਆਂ ਹੋਇਆਂ ਵਾਹਿਗੁਰੂ ਦਾ ਕੀਰਤਨ ਸੁਣਾਈ ਦਿੰਦਾ ਹੈ। ਅਨਹਦ ਵਾਜਾ ਸਹਿਜ ਸੁਹੇਲਾ, ਯਾਨੀ ਵਾਹਿਗੁਰੂ ਦੇ ਕੀਰਤਨ ਜਸ ਦੀ ਰੌ ਜਿਹੜੀ ਲਗਾਤਾਰ ਅੰਦਰ ਸੁਣਾਈ ਦੇ ਰਹੀ ਹੈ। ਸਹਿਜ ਗਿਆਨ ਦੇ ਸਹਿਜ ਅਤੇ ਸੁਹੇਲਾ ਸੁਖਦਾਈ ਉਹ ਅਨਹਦ ਨਾਦ ਹੈ ਜੋ ਸਾਡੇ ਹਿਰਦੇ 'ਚ ਵੱਜ ਰਿਹਾ। ਸ਼ਬਦ ਆਨੰਦ ਕਰੇ ਸਦਕੇਲਾ। ਗੁਰੂ ਦੇ ਸ਼ਬਦ ਦੁਆਰਾ ਸਾਡਾ ਮਨ ਆਨੰਦ ਮੰਗਲਾਚਾਰ ਕਰ ਰਿਹਾ। ਕੇਲਾ ਕਰੀੜਾ ਕਰਨੀ, ਸੋ ਆਨੰਦ ਲੈਣਾ। ਸੋ ਇਸ ਪ੍ਰਕਾਰ ਖੇਲਦਾ ਹੈ ਸਾਡਾ ਮਨ, ਕਲੋਲਾਂ ਕਰਦਾ ਹੈ। ਸਹਿਜ ਗੁਫਾ ਮਹਿ ਤਾੜੀ ਲਾਈ। ਸਹਿਜ ਗਿਆਨ ਰੂਪ ਗੁਫਾ ਦੇ ਅੰਦਰ ਅਸੀਂ ਮਨ ਦੀ ਤਾੜੀ ਸਮਾਧੀ ਲਾਈ ਹੋਈ ਹੈ। ਆਸਣ ਊਚ ਸਵਾਰਿਆ ਜੀਓ। ਉੱਚਾ ਆਸਣ ਦਸਮ ਦੁਆਰ, ਚਿਦਾਕਾਸ਼,
ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਹੀ ਸੁਰਤ ਦਾ ਲੀਨ ਰਹਿਣਾ, ਸੁਰਤ ਉੱਚੀ ਕਰ ਲੈਣੀ। ਇਹ ਉੱਚਾ ਆਸਣ ਅਸੀਂ ਸਵਾਰਿਆ ਬਣਾਇਆ ਹੈ। ਭਾਵ ਸੰਸਾਰ ਵਿੱਚ ਸਾਡਾ ਮਨ ਨਹੀਂ ਰਹਿੰਦਾ, ਅਤੇ ਜੋ ਵਾਹਿਗੁਰੂ ਅਚਦਾ ਆਕਾਸ਼ ਬ੍ਰਹਮ ਅਕਾਲ ਪੁਰਖ ਨਿਰਖੋਭ ਪਰਮਾਤਮਾ, ਉਹਦੇ ਵਿੱਚ ਅਸੀਂ ਆਸਣ ਲਾਇਆ ਹੋਇਆ ਆਪਣੇ ਮਨ ਦਾ। ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ। ਫਿਰ ਘਿਰ ਕੇ, ਜਿਹਨੂੰ ਕਹਿੰਦੇ ਘਿੜ ਮੁੜ ਕੇ, ਘੁੰਮ ਫਿਰ ਕੇ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਇਹ ਮਨ ਸਾਡਾ ਆਇਆ ਹੋਇਆ ਹੈ। ਜੋ ਲੋੜੀਂਦਾ ਸੋਈ ਪਾਇਆ। ਜੋ ਕੁਛ ਵੀ ਲੋੜੀਂਦਾ ਮੈਂ ਚਾਹੁੰਦਾ ਸੀ, ਉਹੀ ਦਾਤ, ਉਹ ਬਖਸ਼ਿਸ਼ਾਂ ਪ੍ਰਾਪਤ ਕਰ ਲਈਆਂ। ਜੋ ਮਨ ਚਾਹੁੰਦਾ ਸੀ ਉਹ ਪਾ ਲਿਆ, ਪ੍ਰਾਪਤ ਕਰ ਲਿਆ ਹੈ। ਤ੍ਰਿਪਤ ਆਗਾਏ ਰਹਿਆ ਹੈ ਸੰਤੋ, ਗੁਰ ਅਨਭਉ ਪੁਰਖ ਦਿਖਾਰਿਆ ਜੀਓ। ਹੇ ਸੰਤ ਜਨੋ, ਬੰਦਗੀ ਕਰਨ ਵਾਲੇ ਗੁਰਮੁਖ ਜਨੋ, ਸਾਡਾ ਮਨ ਤ੍ਰਿਪਤ ਹੋ ਗਿਆ ਹੈ। ਭਾਵ ਵਾਸ਼ਨਾ ਕੋਈ ਨਹੀਂ ਰਹੀ, ਸਾਡਾ ਮਨ ਅਘਾ ਗਿਆ, ਰੱਜ ਚੁੱਕਾ ਹੈ। ਕਿਉਂਕਿ ਗੁਰੂ ਮਹਾਰਾਜ ਜੀ ਨੇ, ਸਤਿਗੁਰੂ ਰਾਮਦਾਸ ਜੀ ਨੇ ਅਨੁਭਵ ਚਾਨਣ ਬਖਸ਼ ਕੇ ਅਤੇ ਪੁਰਖ ਪਰਮਾਤਮਾ ਜੋ ਪੂਰਨ ਸਾਰਿਆਂ ਥਾਵਾਂ 'ਤੇ, ਉਹ ਵਿਖਾ ਦਿੱਤਾ। ਭਾਵ ਕਿ ਵਾਹਿਗੁਰੂ ਜੀ ਦਾ ਦਰਸ਼ਨ ਕਰਵਾ ਦਿੱਤਾ ਸ਼੍ਰੀ ਗੁਰੂ ਰਾਮਦਾਸ ਜੀ ਨੇ। ਗੁਰੂ ਜੀ ਨੇ ਜਿਹੜਾ ਅਨੁਭਵ ਪੁਰਖ ਹੈ, ਡਰ ਤੋਂ ਰਹਿਤ ਪੁਰਖ ਹੈ ਨਾ, ਪਰਮਾਤਮਾ ਜਿਹਨੂੰ ਡਰ ਹੀ ਕੋਈ ਨਹੀਂ, ਨਿਰਭਉ ਸਰੂਪ ਹੈ, ਉਹ ਵਿਖਾ ਦਿੱਤਾ, ਦਰਸ਼ਨ ਕਰਾ ਦਿੱਤਾ ਵਾਹਿਗੁਰੂ ਦਾ। ਅਤੇ ਇੰਝ ਵੀ ਕਿ ਉਹ ਗਿਆਨ ਸਰੂਪ, ਅਨੁਭਵ ਦਾ ਅਰਥ ਹੈ ਗਿਆਨ। ਉਹ ਜਿਹੜਾ ਨਿਰਾ ਹੀ ਗਿਆਨ ਸਰੂਪ ਹੈ ਵਾਹਿਗੁਰੂ, ਸਾਡੀ ਆਤਮਾ ਵੀ ਗਿਆਨ ਸਰੂਪ ਹੈ। ਸੋ ਇਸ ਪ੍ਰਕਾਰ ਬ੍ਰਹਮ ਦੇ ਵਿੱਚ ਆਤਮਾ ਅਭੇਦ ਹੋ ਜਾਣੀ। ਅਨੁਭਵ ਪੁਰਖ ਜਿਹੜਾ ਗਿਆਨ ਸਰੂਪ ਪੁਰਖ ਪਰਮਾਤਮਾ, ਉਹਦਾ ਦਰਸ਼ਨ ਕਰਾਤਾ ਹੈ ਸਤਿਗੁਰੂ ਜੀ ਨੇ। ਆਪੇ ਰਾਜਨ ਆਪੇ ਲੋਗਾ। ਸਤਿਗੁਰੂ ਦੱਸ ਰਹੇ ਨੇ ਕਿ ਪਰਮਾਤਮਾ ਆਪ ਹੀ ਰਾਜਨ ਯਾਨੀ ਪਾਤਸ਼ਾਹ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ। ਆਪੇ ਲੋਗਾ, ਆਪ ਹੀ ਪਰਜਾ ਰੂਪ ਹੈ, ਲੋਕ ਰੂਪ ਵੀ ਆਪ ਹੀ ਹੈ। ਆਪ ਨਿਰਬਾਣੀ, ਵਾਸ਼ਨਾ ਤੋਂ ਰਹਿਤ, ਨਿਰਬੰਧ ਸਰੂਪ ਆਪ ਹੈ। ਆਪੇ ਭੋਗਾ, ਜਿਵੇਂ ਕਿ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ, ਸੁਰਗ ਮਛ ਪਿਆਲ ਜੀਓ। ਆਪ ਹੀ ਨਿਰਵਾਣੀ, ਵਾਸ਼ਨਾ ਤੋਂ ਰਹਿਤ ਸਰੂਪ ਹੈ, ਅਤੇ ਆਪ ਸਾਰਿਆਂ ਦੇ ਵਿੱਚ ਵਸਦਾ ਭੋਗੀਆਂ 'ਚ। ਇਸ ਕਰਕੇ ਆਪ ਹੀ ਸਭਰੇ ਪਦਾਰਥ ਭੋਗਣ ਵਾਲਾ ਹੈ। ਆਪੇ ਤਖਤ ਬਹਿ ਸੱਚ ਨਿਆਈ। ਇਹ ਸੱਚ ਸਰੂਪ ਵਾਹਿਗੁਰੂ ਅਕਾਲ ਪੁਰਖ ਆਪ ਹੀ ਤਖਤ ਉੱਤੇ ਬੈਠਾ ਹੋਇਆ, ਅਤੇ ਆਪ ਉਸ ਤਖਤ 'ਤੇ ਬੈਠ ਕੇ ਸਾਰੀ ਸ੍ਰਿਸ਼ਟੀ ਦੇ ਜੀਆਂ ਦਾ ਨਿਆਂ ਕਰ ਰਿਹਾ ਹੈ। ਸਭ ਚੂਕੀ ਕੂਕ ਪੁਕਾਰਿਆ ਜੀਓ। ਜਦੋਂ ਇਸ ਗਿਆਨ ਵਿੱਚ ਅਸੀਂ ਲੀਨ ਹੋਏ, ਤਾਂ ਫਿਰ ਸਾਰੀ ਜਿਹੜੀ ਕੂਕ ਪੁਕਾਰ ਸੀ, ਗਿਲਾ ਗੁਜ਼ਾਰੀ। ਕੂਕਾਂ ਤਾਂ ਹੀ ਬੰਦਾ ਮਾਰਦਾ ਵੀ ਆਪਣੀ ਮਨ ਦੀ ਇੱਛਾ ਪੂਰੀ ਨਾ ਹੋਈ ਹੋਵੇ, ਤਾਂ ਵੀ ਆਹ ਇੰਜ ਨਾ ਕਰੋ ਜੀ, ਇੰਜ ਕਰੋ, ਆਹ ਦਿਓ ਜੀ, ਦੁੱਖ ਕਿਉਂ ਦਿੱਤਾ ਜੀ, ਸੁੱਖ ਦਿਓ। ਇਹ ਗਿਲਾ ਗੁਜ਼ਾਰੀ, ਸ਼ਿਕਵੇ ਗੁਜ਼ਾਰਨੇ, ਇਹ ਜਿਹੜੀਆਂ ਪੁਕਾਰਾਂ ਸੀ, ਕੂਕਾਂ ਸਨ ਮਨ ਦੀਆਂ, ਇਹ ਸਭ ਦੂਰ ਹੋ ਗਈਆਂ। ਜਿਹਾ ਡਿੱਠਾ ਮੈਂ ਤਿਹੋ ਕਹਿਆ। ਸਤਿਗੁਰੂ ਕਹਿੰਦੇ ਨੇ, ਜਿਹੋ ਜਿਹਾ ਸਰੂਪ ਵਾਹਿਗੁਰੂ ਦਾ ਅਸੀਂ ਵੇਖਿਆ ਹੈ, ਜਾਣਿਆ ਅੰਤਰੀਵ ਨੇਤਰਾਂ ਦੇ ਨਾਲ। ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾਪਰੀ। ਜਿਨ੍ਹਾਂ ਨੇਤਰਾਂ ਨਾਲ ਵਾਹਿਗੁਰੂ ਦਿਸਦੇ ਨੇ ਨਾ, ਦਰਸ਼ਨ ਹੁੰਦਾ, ਉਹ ਅੱਖਾਂ ਹੋਰ ਨੇ। ਵੈਰਾਗ ਤੇ ਵਿਵੇਕ ਦੇ ਨੇਤਰਾਂ ਨਾਲ ਜਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਨੂੰ ਬੇਅੰਤ ਕਰਕੇ ਅਸੀਂ ਡਿੱਠਾ, ਦਰਸ਼ਨ ਕੀਤੇ, ਵੇਖਿਆ, ਮੈਂ ਤਿਹੋ ਕਹਿਆ। ਉਹੋ ਜਿਹਾ ਸਰੂਪ ਹੀ ਪਰਮਾਤਮਾ ਦਾ ਅਸੀਂ ਕਥਨ ਕੀਤਾ ਹੈ। ਤਿਸ ਰਸ ਆਇਆ ਜਿਨ ਭੇਦ ਲਹਿਆ। ਉਸ ਨੂੰ ਹੀ ਆਨੰਦ ਪ੍ਰਾਪਤ ਹੋਇਆ, ਉਸ ਨੂੰ ਹੀ ਰਸ ਆਇਆ। ਜਿਸ ਨੂੰ ਆਇਆ ਪ੍ਰੇਮ ਰਸ, ਤਿਸੈ ਹੀ ਜਰਣੇ। ਇਹੋ ਹਰ ਰਸ ਸਹੀ ਜਾਣਦੇ, ਜਿਉ ਗੂੰਗਾ ਮਠਿਆਈ ਖਾਈ। ਕਹੋ ਕਬੀਰ ਗੂੰਗਾ ਗੁੜ ਖਵਾਇਆ, ਪੂਛੇ ਤੇ ਕਿਆ ਕਹੀ ਹੈ। ਉਸ ਨੂੰ ਰਸ ਆਇਆ ਜਿਸ ਨੇ ਵਾਹਿਗੁਰੂ ਦੇ ਭੇਦ ਨੂੰ ਲਹਿਆ, ਪ੍ਰਾਪਤ ਕਰ ਲਿਆ। ਜਿਸ ਨੇ ਭੇਦ ਪ੍ਰਾਪਤ ਕਰ ਲਿਆ ਵਾਹਿਗੁਰੂ ਦਾ, ਵਾਹਿਗੁਰੂ ਨਾਲ ਜਾਣ ਪਛਾਣ ਪ੍ਰਾਪਤ ਕਰ ਲਈ ਹੈ, ਉਸ ਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਦਾ ਰਸ ਆਨੰਦ ਆਇਆ ਹੈ, ਦੂਜੇ ਨੂੰ ਨਹੀਂ। ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਜੋ ਜੋਤ ਹੈ ਆਤਮਾ, ਉਹ ਜੋਤੀ ਸਰੂਪ ਪਰਮਾਤਮਾ ਵਿੱਚ ਹੀ ਮਿਲੀ ਹੋਈ ਹੈ ਦਿਨੇ ਰਾਤ। ਜਿਸ ਅਵਸਥਾ ਨੂੰ ਕਬੀਰ ਜੀ ਨੇ ਕਿਹਾ ਹੈ, ਸੁਣ ਸਖੀ ਪੀਓ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ। ਜੀਓ ਪੀਓ ਬੂਝੋ ਨਹੀਂ, ਘਟ ਮੈਂ ਜੀਓ ਕਿ ਪੀਓ।
ਕਬੀਰ ਜੀ ਕਹਿੰਦੇ ਹੈ ਸਖੀ ਭਾਵ ਹੈ ਸੰਤ ਜਨੋ ਜਗਿਆਸੂ ਜਨੋ, ਸਾਡੀ ਅਵਸਥਾ ਹੈ ਕਿ ਹੁਣ ਪੀਓ ਪ੍ਰਮਾਤਮਾ ਦੇ ਅੰਦਰ ਜੀਓ ਆਤਮਾ ਵਸ ਰਹੀ ਹੈ ਤੇ ਪਤਾ ਹੀ ਨਹੀਂ ਲੱਗਦਾ ਵੀ ਇਹ ਹੁਣ ਇੱਥੇ ਆਤਮਾ ਹੈ ਕਿ ਪਰਮਾਤਮਾ, ਦੋਵੇਂ ਅਭੇਦ ਤਾਂ ਹੋ ਚੁੱਕੇ ਨੇ। ਆਤਮਾ ਪਰਮਾਤਮਾ ਵਿੱਚ ਭੇਦ ਹੋਈ ਹੈ। ਅਭੇਦ ਹੋਣ ਕਰਕੇ ਆਤਮਿਕ ਸੁਖ ਪ੍ਰਾਪਤ ਕੀਤਾ, ਕਿਉਂਕਿ ਵਾਹਿਗੁਰੂ ਹੈ ਹੀ ਸਾਰਾ ਸੁਖ ਸਰੂਪ। ਤੇ ਹੁਣ ਕੀ ਅਵਸਥਾ ਜਨ ਨਾਨਕ ਇੱਕ ਪਸਾਰਿਆ ਜੀਓ। ਇਸ ਉਦਾਸ ਜਨ ਨੂੰ ਇਹ ਗਿਆਨ ਹੈ ਕਿ ਇੱਕ ਪਰਮਾਤਮਾ ਨੇ ਹੀ ਆਪਣਾ ਆਪ ਸਾਰੀ ਸ੍ਰਿਸ਼ਟੀ 'ਚ ਪਸਾਰਿਆ ਹੋਇਆ। ਇਹ ਜਗਤ ਉਸੇ ਦਾ ਰੂਪ ਦਿਖਾਈ ਦਿੰਦਾ। ਜਿਵੇਂ ਕਿਹਾ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਜਿਹੜਾ ਤੁਸੀਂ ਸੰਸਾਰ ਜ਼ਹਿਰ ਰੂਪ ਵੇਖਦੇ ਹੋ ਨਾ, ਇਹੋ ਹਰ ਕਾ ਰੂਪ ਹੈ। ਇਹਦੀ ਜ਼ਹਿਰ ਪਾਸੇ ਹੋ ਗਈ ਹੈ ਤੇ ਹਰੀ ਦਾ ਰੂਪ ਹੀ ਦਿਖਾਈ ਦਿੰਦਾ। ਹੁਣ ਦੂਜੀ ਕੋਈ ਗੱਲਬਾਤ ਨਹੀਂ। ਇੱਕ ਪਸਾਰਿਆ, ਇੱਕ ਹੀ ਵਿਆਪਕ ਹੋਇਆ ਪਰਮਾਤਮਾ, ਇਹ ਗਿਆਨ ਹੋਇਆ। ਮਾਝ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਸਤਿਗੁਰੂ ਜੀ ਮਾਝ ਰਾਗ ਵਿੱਚ ਅਗਲਾ ਸ਼ਬਦ ਉਚਾਰਦੇ ਹਨ। ਜਿਤ ਘਰ ਫਿਰ ਸੁਹਾਗ ਬਣਾਇਆ। ਜਿਸ ਘਰ ਦੇ ਅੰਦਰ ਫਿਰ ਪਰਮਾਤਮਾ ਪਤੀ ਨੇ, ਘਰ ਕੀ ਹੈ ਹਿਰਦਾ, ਜਿਸ ਜੀਵ ਰੂਪ ਇਸਤਰੀ ਦੇ ਹਿਰਦੇ ਘਰ ਵਿੱਚ ਫਿਰ ਪਰਮਾਤਮਾ ਨੇ ਸੁਹਾਗ ਬਣਾ ਲਿਆ ਹੈ। ਸੁਹਾਗ ਭਾਗ ਵਾਲੀ ਕਰਤੀ ਹੈ, ਭਾਵ ਜਿੱਥੇ ਵਿਆਹ ਰਚਾਇਆ ਹੈ। ਤਿਤ ਘਰ ਸਖੀਏ ਮੰਗਲ ਗਾਇਆ। ਤਿਸ ਘਰ ਹਿਰਦੇ ਦੇ ਅੰਦਰ ਹੇ ਸਖੀਏ ਮੰਗਲ ਗਾਇਆ ਗਿਆ, ਭਾਵ ਪਰਮੇਸ਼ਰ ਦੀ ਸਿਫਤ ਸਲਾਹ ਦਾ ਗੀਤ ਉੱਥੇ ਗਾਇਆ ਜਾ ਰਿਹਾ ਹੈ ਉਸ ਘਰ ਹਿਰਦੇ ਅੰਦਰ। ਅਨੰਦ ਵਿਨੋਦ ਤਿੱਤੈ ਘਰ ਸੋਹ ਹੈ, ਜੋ ਧਨ ਕੰਤ ਸਿੰਗਾਰੀ ਜੀਓ। ਆਨੰਦ ਤੇ ਵਿਨੋਦ ਹੁੰਦਾ ਜੋ ਕੌਤਕ ਹੁੰਦੇ ਨੇ। ਪਰਮਾਤਮਾ ਦੀ ਪ੍ਰਾਪਤੀ ਹੋਈ, ਉਸ ਵਾਹਿਗੁਰੂ ਦੇ ਅਨੇਕਾਂ ਤਰ੍ਹਾਂ ਦੇ ਕੌਤਕ ਚੋਜ ਤਮਾਸ਼ੇ। ਸੋ ਇਸ ਪ੍ਰਕਾਰ ਉਸ ਘਰ ਵਿੱਚ ਸ਼ੋਭਾ ਪੈ ਰਹੀ ਹੈ। ਤਿੱਤੈ ਘਰ, ਉੱਥੇ ਉਸ ਘਰ ਹਿਰਦੇ ਅੰਦਰ ਆਤਮਿਕ ਆਨੰਦ ਤੇ ਆਤਮਿਕ ਖੇੜਾ, ਆਤਮਿਕ ਸੁਖ ਉਸ ਘਰ ਵਿੱਚ ਸੋਭ ਰਹੇ ਨੇ। ਜੋ ਧਨ ਕੰਤ ਸਿੰਗਾਰੀ, ਜੋ ਧਨ ਇਸਤਰੀ ਕੰਤ ਪਰਮਾਤਮਾ ਨੇ ਸ਼ੁਭ ਗੁਣਾਂ ਦੇ ਸਹਿਤ ਸ਼ਿੰਗਾਰ ਦਿੱਤੀ ਹੋਈ ਹੈ। ਉਸ ਘਰ ਹਿਰਦੇ ਦੇ ਅੰਦਰ ਆਨੰਦ ਮੰਗਲਾਚਾਰ ਹੋ ਰਿਹਾ ਹੈ। ਸੋ ਉੱਥੇ ਖੁਸ਼ੀਆਂ ਵੱਜ ਗਈਆਂ ਹਨ। ਸਾ ਗੁਣਵੰਤੀ ਸਾ ਵਡ ਭਾਗਣ, ਉਹ ਜੀਵ ਰੂਪ ਇਸਤਰੀ ਗੁਣਾਂ ਵਾਲੀ ਹੈ। ਉਹੀ ਜੀਵ ਰੂਪ ਇਸਤਰੀ ਵੱਡਿਆਂ ਭਾਗਾਂ ਵਾਲੀ ਵਡਭਾਗਣ ਹੈ। ਵਡਭਾਗੀ ਮਨੁੱਖ ਨੂੰ ਕਹਿੰਦੇ ਨੇ, ਇਸਤਰੀ ਨੂੰ ਵਡਭਾਗਣ ਕਿਹਾ ਜਾਂਦਾ। ਇਹ ਇਸਤਰੀ ਦੇ ਰੂਪਕ ਅਲੰਕਾਰ ਵਿੱਚ ਸਤਿਗੁਰੂ ਬਚਨ ਕਰ ਰਹੇ ਨੇ। ਪੁੱਤਰਵੰਤੀ ਸੀਲਵੰਤ ਸੁਹਾਗਣ, ਉਹੀ ਪੁੱਤਰਵੰਤੀ ਪੁੱਤਰਾਂ ਵਾਲੀ ਹੈ, ਉਹੀ ਸੀਲ ਸ੍ਰੇਸ਼ਟ ਆਚਾਰ ਵਾਲੀ ਹੈ, ਉਹੀ ਸੁਹਾਗਣ ਵਿਆਹੀ ਵਰੀ ਹੈ। ਮਤਲਬ ਬ੍ਰਹਮ ਗਿਆਨ ਰੂਪੀ ਪੁੱਤਰ ਉਸ ਨੂੰ ਪ੍ਰਾਪਤ ਹੈ ਔਰ ਉੱਚੇ ਆਚਰਣ ਵਾਲੀ ਹੈ ਉਹ ਜੀਵ ਰੂਪ ਇਸਤਰੀ। ਤੇ ਸੁਹਾਗਣ ਅਕਾਲ ਮੂਰਤ ਵਰ ਪਾਇਆ ਵਿਨਾਸੀ, ਨਾ ਕਦੇ ਮਰਿਆ ਨਾ ਜਾਇਆ। ਉਹ ਸਦਾ ਦੀ ਸੁਹਾਗਣ ਹੈ। ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਜੋ ਹੋਈ ਹੈ ਉਸ ਨੂੰ। ਰੂਪਵੰਤ ਸਾ ਸੁਗੜ ਵਿਚੱਖਣ, ਜੋ ਧਨ ਕੰਤ ਪਿਆਰੀ ਜੀਓ। ਉਹ ਅੰਦਰਲੇ ਮਾਨਸਿਕ ਤੌਰ 'ਤੇ ਸੋਹਣੇ ਰੂਪ ਵਾਲੀ ਹੈ। ਬਾਹਰੀ ਰੂਪ ਨੂੰ ਨਹੀਂ ਸਤਿਗੁਰਾਂ ਨੇ ਸਲਾਹਿਆ। ਰੂਪਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਜੇ ਸਰੀਰਕ ਸੁੰਦਰਤਾ ਕਰਕੇ ਪਰਮੇਸ਼ਰ ਮੋਹਤ ਹੁੰਦਾ ਤੇ ਤਿੱਤਰਾਂ ਮੋਰਾਂ 'ਤੇ ਬੜਾ ਰੂਪ ਹੈ। ਹੋਰ ਮਰਦ ਇਸਤਰੀਆਂ ਬੜੇ ਬੜੇ ਸੁੰਦਰ ਸਰੂਪ ਵੇਖਣ ਵਾਲਿਆਂ ਦੇ ਮਨਾਂ ਨੂੰ ਖਿੱਚ ਪਾਉਣ ਵਾਲੇ ਨੇ। ਇੰਜ ਪਰਮਾਤਮਾ ਉਹਨਾਂ 'ਤੇ ਮੋਹ ਨਹੀਂ ਹੁੰਦਾ, ਫਿਰ ਉਹਨਾਂ ਨੂੰ ਮਿਲ ਪੈਣਾ ਸੀ ਜੇ ਇੰਜ ਰੂਪ ਤੇ ਸਾਰੇ ਬਣਾਏ ਵਾਹਿਗੁਰੂ ਨੇ। ਸਾਰੇ ਜਿਹੜੇ ਆਕਾਰ ਹਨ ਪਰਮਾਤਮਾ ਦੇ ਬਣਾਏ ਹੋਏ ਨੇ। ਇਹ ਤਾਂ ਸਾਰੀ ਸੁੰਦਰਤਾ ਕੁਦਰਤ ਵਿੱਚ ਉਸੇ ਦੀ ਦਿਖਾਈ ਦੇ ਰਹੀ ਹੈ। ਰੂਪਵੰਤ ਅੰਦਰੋਂ ਸ਼ੁਭ ਗੁਣਾ ਕਰਕੇ, ਬੰਦਗੀ ਕਰਕੇ, ਵਿਕਾਰਾਂ ਤੋਂ ਰਹਿਤ ਜੋ ਮਨ ਹੋ ਚੁੱਕਾ ਉਹ ਰੂਪਵੰਤ ਹੈ। ਸਾ ਸੁਗੜ, ਸੁਗੜ ਦਾ ਅਰਥ ਹੈ ਸੁਚੱਜੀ, ਜਿਹਦਾ ਮਨ ਘੜਿਆ ਗਿਆ ਹੈ। ਵਿਚੱਖਣ, ਚਕਸ਼ੂ ਕਹਿੰਦੇ ਨੇਤਰਾਂ ਨੂੰ। ਵਿਚੱਖਣ ਦਾ ਅਰਥ ਹੈ ਭਈ ਜਿਹਦੀਆਂ ਅੱਖਾਂ ਚੰਗੀਆਂ ਹਨ। ਮਤਲਬ ਹੈ ਇੱਥੇ ਕਿ ਜਿਹਦੀਆਂ ਗਿਆਨ ਵਾਲੀਆਂ ਅੱਖਾਂ ਹਨ, ਭਾਵ ਸੂਝਵੰਤ ਹੈ, ਸੂਝ ਵਾਲੀ ਹੈ, ਸੂਝ ਬੂਝ ਵਾਲੀ।
ਜਿਹੜੀ ਧਨ ਇਸਤਰੀ ਕੰਤ ਪ੍ਰਮਾਤਮਾ ਨੇ ਆਪਣੀ ਪਿਆਰੀ ਬਣਾ ਲਈ, ਜੋ ਕੰਤ ਨੂੰ ਪਿਆਰੀ ਲੱਗੀ ਹੈ, ਜਿਸ ਨੂੰ ਕੰਤ ਨੇ ਪ੍ਰਮਾਤਮਾ ਨੇ ਪਿਆਰ ਕੀਤਾ ਹੈ। ਆਚਾਰਵੰਤ ਸਾਈ ਪ੍ਰਧਾਨੇ, ਉਹਦੇ ਹੀ ਕਰਤੱਵ ਚੰਗੇ ਨੇ, ਚੰਗੇ ਆਚਾਰ ਵਿਚਾਰ ਵਾਲੀ ਹੈ, ਚੰਗੇ ਕਰਤੱਵਾਂ ਵਾਲੀ ਹੈ। ਸਾਈ ਉਹੀ ਪ੍ਰਧਾਨੇ ਮੁਖੀਆ ਹੈ, ਮੰਨੀ ਪ੍ਰਮੰਨੀ ਹੈ, ਸਾਰਿਆਂ ਵਿੱਚੋਂ ਸਤਿਕਾਰਯੋਗ ਹੈ। ਸਭ ਸ਼ਿੰਗਾਰ ਬਣੇ ਤਿਸ ਗਿਆਨੇ, ਉਸ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦਾ ਗਿਆਨ ਹੈ ਤੇ ਸਾਰੇ ਸ਼ੁਭ ਗੁਣਾਂ ਰੂਪੀ ਸ਼ਿੰਗਾਰ ਉਹਨੂੰ ਬਣੇ ਫੱਬੇ ਹਨ, ਬਣੇ ਆਏ ਹਨ। ਉਹਦੇ ਸਾਰੇ ਸ਼ਿੰਗਾਰ ਸਫਲੇ ਹੋ ਗਏ, ਸ਼ੁਭ ਗੁਣਾਂ ਰੂਪੀ ਸ਼ਿੰਗਾਰ ਉਸਦੇ ਹਿਰਦੇ ਅੰਦਰ ਪ੍ਰਗਟ ਹੋ ਗਏ ਤੇ ਉਸ ਨੂੰ ਗਿਆਨ ਦੀ ਪ੍ਰਾਪਤੀ ਹੋਈ। ਸਾ ਕੁਲਵੰਤੀ ਸਾ ਸਭਰਾਈ, ਜੋ ਪਿਰ ਕੈ ਰੰਗ ਸਵਾਰੀ ਜੀਓ। ਉਹ ਕੁਲਵੰਤੀ ਉੱਚੇ ਕੁਲ ਵਾਲੀ ਹੈ, ਉਹ ਸਭਰਾਈ ਭਰਾਵਾਂ ਦੇ ਸਹਿਤ ਹੈ। ਸਭਰਾਈ ਭਰਾਵਾਂ ਵਾਲੀ ਨੂੰ ਕਹਿੰਦੇ ਨੇ, ਸ਼ੁਭ ਗੁਣਾਂ ਰੂਪੀ ਭਰਾਵਾਂ ਦੇ ਸਹਿਤ ਹੈ। ਉਹਦੀ ਕੁਲ ਉੱਚੀ ਹੈ, ਸੰਤ ਜਨ ਹਨ, ਸੰਤਾਂ ਦੀ ਕੁਲ ਬੜੀ ਉੱਚੀ ਹੈ, ਪ੍ਰਮਾਤਮਾ ਦੇ ਪੁੱਤਰ ਮੰਨੇ ਗਏ ਨੇ। ਜੋ ਪਿਰ ਕੈ ਰੰਗ ਸਵਾਰੀ ਜੀਓ, ਜੋ ਪਿਰ ਪ੍ਰਮਾਤਮਾ ਦੇ ਪ੍ਰੇਮ ਰੰਗ ਕਰਕੇ ਸਵਾਰੀ ਹੋਈ ਹੈ। ਮਹਿਮਾ ਤਿਸ ਕੀ ਕਹਿਣ ਨਾ ਜਾਏ, ਤਿਸ ਪ੍ਰਮਾਤਮਾ ਦੀ, ਉਸ ਗੁਰਮੁਖ ਪਿਆਰੀ ਸਖੀ ਦੀ, ਭਾਵ ਉਸ ਸੰਤ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਜੋ ਪਿਰ ਮੇਲ ਲਈ ਅੰਗ ਲਾਏ, ਜਿਸ ਨੂੰ ਆਪਣੇ ਅੰਗ ਨਾਲ ਲਾ ਕੇ, ਭਾਵ ਛਾਤੀ ਨਾਲ ਲਾ ਕੇ ਆਪਣੇ ਸਰੂਪ ਨਾਲ ਅਭੇਦ ਕਰ ਲਿਆ ਹੈ, ਮੇਲ ਲਈ ਹੈ। ਅੰਗ ਦੇ ਅਰਥ ਨੇ ਜੱਫੀ, ਗੋਦ, ਸਰੂਪ, ਪ੍ਰੇਮ ਤੇ ਅੰਗ ਸਰੀਰ। ਜਿਹਨੂੰ ਆਪਣੇ ਸਰੂਪ ਨਾਲ ਲਾ ਕੇ ਪ੍ਰਮਾਤਮਾ ਨੇ ਅਭੇਦ ਕਰ ਲਿਆ ਹੈ, ਆਪਣੇ ਵਿੱਚ ਮਿਲਾ ਲਈ ਹੈ ਜਿਹੜੀ। ਫਿਰ ਸੁਹਾਗ ਵਰ ਅਗਮ ਅਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜੀਓ। ਉਹਦਾ ਸੁਹਾਗ ਭਾਗ ਥਿਰ ਹੋ ਗਿਆ ਹੈ, ਕਿਉਂਕਿ ਵਰ ਅਕਾਲ ਪੁਰਖ ਲਾੜਾ ਪ੍ਰਮਾਤਮਾ ਪ੍ਰਾਪਤ ਹੋਇਆ। ਉਹ ਲਾੜਾ ਜੋ ਅਗਮ ਯਾਨੀ ਅਗੰਮ ਹੈ, ਜਿਹਦੇ ਤੱਕ ਮਨ ਦੀ ਪਹੁੰਚ ਨਹੀਂ ਹੋ ਸਕਦੀ। ਅਗੋਚਰ ਜੋ ਗਿਆਨ ਇੰਦਰੀਆਂ ਤੱਕ ਕਰਕੇ ਵਿਸ਼ਾ ਨਹੀਂ ਕੀਤਾ ਜਾ ਸਕਦਾ, ਗਿਆਨ ਇੰਦਰੀਆਂ ਤੋਂ ਅਵਿਸ਼ੇ ਹੈ। ਨਾ ਅੱਖਾਂ ਨਾਲ, ਨਾ ਕੰਨਾਂ ਨਾਲ, ਨਾ ਮੂੰਹ ਨਾਲ ਬੋਲ ਕੇ ਕੋਈ ਅੰਤ ਪਾਇਆ ਜਾਂਦਾ। ਜਨ ਨਾਨਕ ਪ੍ਰੇਮ ਸਾਧਾਰੀ ਜੀਓ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਉਹ ਵਾਹਿਗੁਰੂ ਦੇ ਪ੍ਰੇਮ ਦੇ ਆਸਰੇ ਵਾਲੀ ਬਣ ਗਈ ਹੈ। ਸਾਧਾਰੀ ਸਹਿਤ ਆਸਰੇ ਦੇ, ਆਸਰਾ ਕਿਹੜਾ? ਪ੍ਰੇਮ। ਵਾਹਿਗੁਰੂ ਦੇ ਪ੍ਰੇਮ ਦੇ ਆਸਰੇ ਹੀ ਉਹ ਜੀਵਨ ਬਤੀਤ ਕਰਦੀ ਹੈ। ਮਾਝ ਮਹੱਲਾ ਪੰਜਵਾ। ਗੁਰਦੇਵ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਨ ਕਰਦੇ ਹਨ। ਖੋਜਤ ਖੋਜਤ ਦਰਸ਼ਨ ਚਾਹੇ, ਅਨੇਕ ਪ੍ਰਕਾਰ ਨਾਲ ਖੋਜ ਕਰਦਿਆਂ ਕਰਦਿਆਂ ਇੱਛਾ ਜਾਗੀ ਵਾਹਿਗੁਰੂ ਦੇ ਦਰਸ਼ਨਾਂ ਦੀ। ਮਤਲਬ ਦਰਸ਼ਨ ਚਾਹੁੰਦੇ ਸੀ ਤੇ ਬਹੁਤ ਖੋਜਦੇ ਰਹੇ। ਜਿਵੇਂ ਬਚਨ ਹਨ, ਹਉ ਢੂੰਢੇਂਦੀ ਦਰਸ਼ਨ ਕਾਰਨ, ਬੀਥੀ ਬੀਖੀ ਪੇਖਾ, ਗੁਰਮਿਲ ਭਰਮ ਗਵਾਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨੋਂ, ਲੇਖ ਲਿਖਿਓ ਧੁਰ ਮਾਥੈ, ਇਹ ਬਿਦ ਨਾਨਕ ਹਰ ਨੈਣ ਅਲੋਏ। ਬੀਥੀ ਦਾ ਅਰਥ ਹੈ ਗਲੀ ਗਲੀ ਵਿੱਚ ਮੈਂ ਦਰਸ਼ਨਾਂ ਵਾਸਤੇ ਵਾਹਿਗੁਰੂ ਨੂੰ ਢੂੰਡਦੀ ਫਿਰਦੀ ਸੀ। ਤੇ ਉਹ ਬੀਥੀ ਗਲੀਆਂ ਕਿਹੜੀਆਂ ਹਨ? ਸਾਧਨ ਕਰਨੇ, ਭੇਖ ਅਨੇਕਾਂ ਤਰ੍ਹਾਂ ਦੇ, ਮਤ ਮਤਾਂਤਰ ਦੁਨੀਆਂ ਵਿੱਚ ਹਨ। ਕਦੇ ਕਿਸੇ ਪਾਸੇ ਜਾਣਾ, ਕਦੇ ਕਿਸੇ ਪਾਸੇ। ਤੇ ਪਰ ਗੁਰੂ ਨੂੰ ਮਿਲ ਕੇ ਭਰਮ ਦੂਰ ਹੋਇਆ। ਤੇ ਗੁਰੂ ਦਾ ਮਿਲਾਪ ਕਿਵੇਂ ਹੋਇਆ? ਕਹਿੰਦੇ ਸਾਧੂ ਜਨਾਂ ਦੀ ਕੰਨੋਂ ਤਰਫੋਂ ਇਹ ਬੁੱਧ ਪ੍ਰਾਪਤ ਹੋਈ। ਅਕਲ ਵੀ ਚਾਹੀਦੀ ਹੈ ਨਾ, ਵਾਹਿਗੁਰੂ ਦੀ ਪ੍ਰਾਪਤੀ ਦੇ ਮਾਰਗ 'ਤੇ ਚੱਲਣ ਲਈ ਪਹਿਲਾਂ ਅਕਲ ਚਾਹੀਦੀ ਹੈ। ਜੇ ਅਕਲ ਨਾ ਹੋਏ, ਬੰਦੇ ਨੂੰ ਬੇਅਕਲਾ ਹੋਏ ਤੇ ਰਾਹ ਕੁਰਾਏ ਪੈ ਜਾਏ ਤੇ ਫਿਰ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਇਸ ਕਰਕੇ ਸਾਧੂ ਮਿਲ ਪਏ ਵੱਡਿਆਂ ਭਾਗਾਂ ਕਰਕੇ। ਤੀਬਰ ਤਾਂਘ ਕਿਸੇ ਦੇ ਹਿਰਦੇ ਅੰਦਰ ਹੋਏ ਵਾਹਿਗੁਰੂ ਦੇ ਮਿਲਣ ਦੀ ਤਾਂਘ, ਤੇ ਫਿਰ ਉਹਦੇ ਵਾਸਤੇ ਸਬੱਬ ਪਰਮਾਤਮਾ ਆਪੇ ਬਣਾ ਦਿੰਦਾ। ਸਾਧੂ ਜਨਾਂ ਦੀ ਸੰਗਤ ਮਿਲ ਜਾਂਦੀ ਹੈ, ਉੱਥੋਂ ਸ੍ਰੇਸ਼ਟ ਮਤ ਅਕਲ ਬੁੱਧ ਪ੍ਰਾਪਤ ਹੁੰਦੀ ਹੈ। ਫਿਰ ਗੁਰੂ ਮਹਾਰਾਜ ਦੀ ਸ਼ਰਨ ਚਰਣੀ ਪਈਦਾ ਤੇ ਫਿਰ ਇਉਂ ਤੀਬਰ ਉਤਕੰਠਾ ਅੰਦਰ ਹੋਣ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਵੀ ਜ਼ਰੂਰ ਹੋਵੇਗੀ। ਸੋ ਇਸ ਤਰ੍ਹਾਂ ਖੋਜਦਿਆਂ ਦਰਸ਼ਨਾਂ ਦੀ ਚਾਹਨਾ ਇੱਛਾ ਸੀ। ਭਾਂਤ ਭਾਂਤ ਬਨ ਹੋਗਾ, ਅਨੇਕਾਂ ਭਾਂਤਾਂ ਨਾਲ, ਅਨੇਕਾਂ ਬਣਾ ਜੰਗਲਾਂ ਵਿੱਚ ਅਵਗਾਹੇ ਗਾਉਂਦੇ ਫਿਰੇ, ਧਰਤੀ ਨੂੰ ਗਾਉਂਦੇ ਫਿਰੇ, ਜੰਗਲ ਬੇਲੇ ਗਾਉਂਦੇ ਫਿਰੇ।
ਫਿਰ ਕੀ ਹੋਇਆ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੈ ਜੀਓ। ਉਹ ਹਰੀ ਪ੍ਰਮਾਤਮਾ ਜੋ ਨਿਰਗੁਣ ਸਰੂਪ ਵੀ ਹੈ, ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹਰੀ, ਤੇ ਸਰਗੁਣ ਰੂਪ ਵੀ ਹੈ। ਨਿਰਗੁਣ ਸਰਗੁਣ ਨਿਰੰਕਾਰ ਸੁਨ ਸਮਾਧੀ ਆਪ। ਉਹ ਸਰਗੁਣ ਰੂਪ ਵੀ ਆਪ ਹੈ, ਜਿਹੜਾ ਇਹ ਤਿੰਨਾਂ ਗੁਣਾਂ ਵਾਲੀ ਮਾਇਆ ਦਾ ਸਰੂਪ ਧਾਰਿਆ। ਸੰਸਾਰ ਇਹ ਵਾਹਿਗੁਰੂ ਨੇ ਬਣਾਇਆ ਸਾਰਾ ਕੁਛ, ਵਿੱਚ ਆਪਣੀ ਜੋਤ ਵੀ ਰੱਖੀ ਹੋਈ ਹੈ, ਇਸ ਕਰਕੇ ਸਰਗੁਣ ਰੂਪ ਹੈ। ਉਹ ਮੇਰਾ ਪਰਮੇਸ਼ਰ ਹੈ, ਕੋਈ ਹੈ ਜੀਓ ਆਣ ਮਿਲਾਵੈ ਜੀਓ। ਕੋਈ ਐਸਾ ਵਿਰਲਾ ਹੈ ਕੋਈ ਮਨੁੱਖ ਜਿਹੜਾ ਲਿਆ ਮਿਲਾਉਂਦਾ ਹੈ ਉਸ ਵਾਹਿਗੁਰੂ ਨੂੰ ਮੇਰੇ ਤਾਈਂ। ਭਾਵ ਕੋਈ ਐਸਾ ਮਿਲੇ, ਕੋਈ ਵਿਰਲਾ ਟਾਵਾਂ ਹੈ ਜਿਹੜਾ ਉਸ ਵਾਹਿਗੁਰੂ ਨੂੰ ਲਿਆ ਮਿਲਾਉਂਦਾ। ਭਾਵ ਹਰ ਇੱਕ ਨਹੀਂ ਮਿਲਾ ਸਕਦਾ, ਕੋਈ ਵਿਰਲਾ ਟਾਵਾਂ ਵਾਹਿਗੁਰੂ ਵਿੱਚ ਅਭੇਦ ਪੁਰਸ਼ ਹੈ ਜਿਹੜਾ ਮੇਰੀ ਬਾਂਹ ਫੜ ਕੇ ਵਾਹਿਗੁਰੂ ਦੇ ਨਾਲ ਮਿਲਾ ਦੇਵੇ। ਕੋਈ ਹੈ ਜੀਓ ਆਣ ਮਿਲਾਵੇ ਜੀਓ, ਲਿਆ ਮਿਲਾਵੇ ਜਿਹੜਾ। ਖਟ ਸ਼ਾਸਤ ਵਿਚਰਤ ਮੁੱਖ ਗਿਆਨਾ। ਖਟ ਸ਼ਾਸਤਰ ਜਿਹੜੇ ਸਨਾਤਨ ਮਤ ਦੇ 6 ਸ਼ਾਸਤਰ ਨੇ, 4 ਵੇਦ ਤੇ 6 ਸ਼ਾਸਤਰ ਨੇ। ਜਿਵੇਂ ਸਾਂਖ ਸ਼ਾਸਤਰ ਹੈ, ਨਿਆਏ ਸ਼ਾਸਤਰ ਹੈ ਗੌਤਮ ਜੀ ਦਾ ਲਿਖਿਆ ਹੋਇਆ, ਇੱਕ ਕਣਾਦ ਮੁਨੀ ਦਾ, ਇੱਕ ਜੈਮਨ ਮੁਨੀ ਦਾ ਹੈ, ਇੱਕ ਇਸੇ ਤਰ੍ਹਾਂ ਪਤੰਜਲ ਜੀ ਦਾ ਹੈ, ਪਤੰਜਲੀ ਰਿਸ਼ੀ ਦਾ ਲਿਖਿਆ ਹੋਇਆ, ਇੱਕ ਜਿਹੜਾ ਵਿਦਾਂਤ ਹੈ ਉਹ ਬਿਆਸ ਜੀ ਦਾ ਲਿਖਿਆ ਹੋਇਆ। ਇਸ ਤਰ੍ਹਾਂ ਸਾਂਖ ਸ਼ਾਸਤਰ, ਨਿਆਏ ਸ਼ਾਸਤਰ ਵਿਸ਼ੇਸ਼ਕ ਹੈ, ਪੂਰਵ ਮੀਮਾਂਸਾ ਹੈ, ਯੋਗ ਹੈ, ਵਿਦਾਂਤ ਹੈ। ਇਹ ਜਿਹੜੇ 6 ਸ਼ਾਸਤਰ ਹਨ, ਇਹਨਾਂ ਨੂੰ ਭਾਵੇਂ ਕੋਈ ਵਿਚਾਰਦਾ ਹੈ ਤੇ ਮੁੱਖ ਤੋਂ ਇਹਨਾਂ ਦਾ ਗਿਆਨ ਕਥਨ ਕਰਕੇ ਸੁਣਾਉਂਦਾ ਹੈ। ਪੂਜਾ ਤਿਲਕ ਤੀਰਥ ਇਸ਼ਨਾਨਾ। ਭਾਵੇਂ ਉਹ ਦੇਵਤਿਆਂ ਦੀ ਪੂਜਾ ਕਰਦਾ ਰੋਜ਼, ਤੇ ਮੱਥੇ ਤੇ ਵੰਨ ਸੋਨੇ ਤਿਲਕ ਵੀ ਲਾਉਂਦਾ ਹੈ ਇਸ਼ਨਾਨ ਕਰਕੇ। ਤਿਲਕ ਕੱਢੈ ਇਸ਼ਨਾਨ ਕਰ ਅੰਤਰ ਕਾ ਲੇਖਣ ਬਚਨ ਕੀਤਾ ਹਜ਼ੂਰ ਨੇ। ਤੇ ਤੀਰਥਾਂ ਵੀ ਸਾਰਿਆਂ ਤੇ ਜਾ ਜਾ ਕੇ ਇਸ਼ਨਾਨ ਕਰਦਾ ਹੈ। ਨਿਵਲੀ ਕਰਮ ਆਸਨ 84 ਇਨ ਮੈਂ ਸ਼ਾਂਤ ਨਾ ਆਵੈ ਜੀ। ਨਿਉਲੀ ਕਰਮ, ਗੋਡਿਆਂ ਤੇ ਹੱਥ ਰੱਖ ਕੇ ਤੇ ਇਸ ਤਰ੍ਹਾਂ ਹੋ ਜਾਂਦੇ ਨੇ, ਕੁੱਬ ਜਿਹਾ ਕੱਢ ਕੇ ਖਲੋ ਜਾਂਦੇ ਨੇ, ਤੇ ਪਹਿਲਾਂ ਸਾਹ ਅੰਦਰ ਨੂੰ ਖਿੱਚ ਕੇ ਤੇ ਫਿਰ ਸਾਹ ਬਾਹਰ ਨੂੰ ਕੱਢ ਕੇ, ਤੇ ਜਿਹੜੀਆਂ ਆਂਦਰਾਂ ਹਨ ਉਹਨੂੰ ਚੱਕਰ 'ਚ ਪਾ ਕੇ ਭੋਂਦੇ ਨੇ, ਜਿਵੇਂ ਚੱਕਰ ਘੁੰਮਦਾ। ਇਸ ਤਰ੍ਹਾਂ ਉਹਨੂੰ ਕਹਿੰਦੇ ਨੇ ਨਿਉਲੀ ਕਰਮ। ਨੇਤੀ ਧੋਤੀ ਵੀ ਕਹਿ ਦਿਆ ਜਾਂਦਾ ਹੈ। ਸੋ ਇਸ ਤਰ੍ਹਾਂ ਆਂਦਰਾਂ ਨੂੰ ਸਾਫ਼ ਕਰਨ ਦਾ ਯਤਨ ਕਰਨਾ। ਕਈ ਲੀਰਾਂ ਜਿਹੀਆਂ ਖਾਈ ਜਾਂਦੇ ਨੇ, ਫਿਰ ਉਹ ਬਾਹਰ ਕੱਢਦੇ ਨੇ ਸਰੀਰ 'ਚੋਂ ਆਂਦਰਾਂ ਸਾਫ਼ ਕਰਨ ਲਈ। ਪਾਣੀ ਪੀ ਜਾਣਾ, ਫਿਰ ਇੱਕ ਬਾਹਰ ਕੱਢਣਾ ਆਂਦਰਾਂ ਸਾਫ਼ ਕਰਨ ਲਈ। ਇਤਿਆਦਿਕ ਸਵੇਰੇ ਕਿਰਿਆ ਸੋਧਣ ਤੋਂ ਬਾਅਦ ਸ਼ੌਚ ਕਿਰਿਆ ਕਰਕੇ ਤੇ ਫਿਰ ਉਹ ਖਾਲੀ ਪੇਟ ਇਸ ਤਰ੍ਹਾਂ ਦੇ ਕਰਮ ਵੀ ਕਰਦੇ ਨੇ। ਸਰੀਰਕ ਤੰਦਰੁਸਤੀ ਵਾਸਤੇ ਕੋਈ ਕਰ ਲਏ ਤੇ ਵੱਖਰੀ ਗੱਲ ਹੈ, ਪਰ ਇਹਦਾ ਪਰਮਾਰਥ ਨਾਲ ਹਜ਼ੂਰ ਕਹਿੰਦੇ ਕੋਈ ਸੰਬੰਧ ਨਹੀਂ। ਤੇ ਯੋਗੀਆਂ ਵਾਲੇ 84 ਆਸਣ ਵੱਖਰੇ ਵੱਖਰੇ ਢੰਗ ਨਾਲ ਆਸਣ ਕਰਨੇ, ਸਰੀਰਕ ਤੰਦਰੁਸਤੀ ਵਾਸਤੇ ਸਿੱਖ ਕੇ ਕੋਈ ਕਰ ਲਏ ਤੇ ਮਾੜੀ ਗੱਲ ਨਹੀਂ ਹੈ। ਪਰ ਹਜ਼ੂਰ ਕਹਿੰਦੇ ਨੇ ਮਨ ਦੀ ਸ਼ਾਂਤੀ ਨਾਲ ਇਹਨਾਂ ਦਾ ਸੰਬੰਧ ਨਹੀਂ ਹੈ, ਪਰਮਾਰਥ ਨਾਲ, ਬੰਦਗੀ ਨਾਲ ਸੰਬੰਧ ਨਹੀਂ। ਨਿਵਲੀ ਕਰਮ ਆਸਨ 84 ਇਨ ਮਹਿ ਸ਼ਾਂਤ ਨਾ ਆਵੈ ਜੀਓ। ਇਹਨਾਂ ਕਰਮਾਂ 'ਚ ਲੱਗਿਆ ਹੋਇਆਂ ਮਨ ਦੇ ਅੰਦਰ ਸ਼ਾਂਤੀ ਨਹੀਂ ਆਉਂਦੀ। ਇੱਕ ਅਨਕ ਬਰਖ ਕੀਏ ਜਪ ਤਾਪਾ। ਹੋਰ ਵੀ ਹਜ਼ੂਰ ਗਿਣ ਰਹੇ ਨੇ। ਪਹਿਲਾਂ ਇਸ ਪੌੜੀ 'ਚ ਗਿਣਿਆ ਵੀ 6 ਸ਼ਾਸਤਰਾਂ ਨੂੰ ਵਿਚਾਰ ਲਏ, ਮੁੱਖ ਤੋਂ ਗਿਆਨ ਕਥਨ ਕਰੇ, ਪੂਜਾ ਵੀ ਦੇਵਤਿਆਂ ਦੀ ਕਰੇ, ਤਿਲਕ ਵੀ ਲਾਏ, ਤੀਰਥਾਂ ਦੇ ਇਸ਼ਨਾਨ ਵੀ ਕਰੇ, ਨਿਉਲੀ ਕਰਮ ਵੀ ਕਰੇ, 84 ਆਸਣ ਵੀ ਲਾ ਲਵੇ। ਇਹਨਾਂ ਸਾਰਿਆਂ ਕਰਮਾਂ 'ਚ ਰਹਿੰਦਿਆਂ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ ਜੀ। ਅਨਕ ਬਰਖ ਕੀਏ ਜਪ ਤਾਪਾ। ਅਨੇਕਾਂ ਵਰੇ, ਅਨੇਕਾਂ ਸਾਲ ਜੇ ਕੋਈ ਜਪ ਕਰਦਾ ਰਿਹਾ ਹੋਵੇ ਤੇ ਅਨੇਕਾਂ ਸਾਲ ਫਿਰ ਨਾਲ ਤਪੱਸਿਆ ਵੀ ਕਰੇ, ਧੂਣੀਆਂ ਤੌਣੀਆਂ, ਜਲ ਧਾਰੇ ਕਰਨੇ, ਪੁੱਠੇ ਲਟਕਣਾ, ਇਉਂ ਤੰਗੀ ਦੇਣੀ ਸਰੀਰ ਨੂੰ। ਗਵਨ ਕੀਆ ਧਰਤੀ ਪਰਮਾਤਾ। ਤੇ ਜਿਸ ਤਰ੍ਹਾਂ ਗਮਨ ਕਰੇ, ਭਾਵ ਤੁਰਿਆ ਫਿਰਨਾ, ਗਮਨ ਹੁੰਦਾ ਤੁਰਨਾ, ਤੁਰੇ ਜਾਣਾ। ਤੇ ਧਰਤੀ ਸਾਰੀ ਦਾ ਭਰਮਣ ਕਰ ਲਵੇ, ਭਾਵੇਂ ਧਰਤੀ ਤੇ ਭਰਮਦਾ ਫਿਰਿਆ ਹੋਵੇ। ਇੱਕ ਖਿਨ ਹਿਰਦੈ ਸ਼ਾਂਤ ਨਾ ਆਵੈ ਜੋਗੀ। ਬਹੁੜ ਬਹੁੜ ਉਠਤਾਵੈ ਜੀਓ। ਹੇ ਜੋਗੀ, ਇੱਕ ਖਿਨ ਮਾਤਰ ਵੀ ਇਹਨਾਂ ਕਰਮਾਂ ਦੇ ਨਾਲ ਹਿਰਦੇ 'ਚ ਸ਼ਾਂਤੀ ਨਹੀਂ ਆਉਂਦੀ ਹੈ। ਮਨ ਬਹੁੜ ਬਹੁੜ ਉੱਠ ਉੱਠ ਕੇ ਦੁਬਾਰਾ ਬਹੁੜ ਬਹੁੜ ਦਾ ਅਰਥ ਹੈ ਘੜੀ ਮੁੜੀ, ਬਾਰ ਉੱਠ ਕੇ ਮਨ ਜਿਹੜਾ ਧਾਉਂਦਾ ਹੈ ਜੀ, ਦੌੜ ਭੱਜ ਕਰਦਾ, ਟਿਕਦਾ ਨਹੀਂ।
ਪਗਾ ਬਿਨ ਹੁਰੀਆਂ ਮਾਰਤਾ, ਬਦਨੈ ਬਿਨ ਖਿਰ ਖਿਰ ਹਾਸਤਾ। ਇਹ ਤਾਂ ਐਸਾ ਚੰਚਲ ਮਨ ਹੈ, ਇਹਨਾਂ ਕਰਮਾਂ ਨਾਲ ਇਹ ਸ਼ਾਂਤੀ ਨਹੀਂ ਪ੍ਰਾਪਤ ਕਰਦਾ। ਫਿਰ ਕਿਸ ਤਰ੍ਹਾਂ ਹੋਈ ਜੀ? ਤਾਂ ਸਤਿਗੁਰੂ ਕਹਿੰਦੇ ਨੇ, ਕਰ ਕਿਰਪਾ ਮੋਹੇ ਸਾਧ ਮਿਲਾਇਆ। ਵਾਹਿਗੁਰੂ ਜੀ ਨੇ ਕਿਰਪਾਲਤਾ ਕਰਕੇ ਮੇਰੇ ਤਾਈਂ ਸਾਧੂ ਸਤਿਗੁਰੂ ਜੀ ਦਾ ਮਿਲਾਪ ਕਰਾਇਆ। ਸਾਧ ਸੁਧਰੇ ਹੋਏ ਮਨ ਵਾਲੇ ਗੁਰਮੁਖਾਂ ਦਾ ਮਿਲਾਪ ਜਿਸ ਨੂੰ ਵੀ ਕਰਾਇਆ, ਕਿਰਪਾ ਕੀਤੀ, ਮਨ ਤਨ ਸੀਤਲ ਧੀਰਜ ਪਾਇਆ। ਜਿਹਨੂੰ ਸਾਧੂ ਦਾ ਮਿਲਾਪ ਹੋ ਗਿਆ, ਸਾਧੂ ਸਤਿਗੁਰਾਂ ਦਾ ਮਿਲਾਪ ਹੋ ਗਿਆ, ਉਹਦਾ ਮਨ ਵੀ ਸੀਤਲ ਠੰਡਾ ਹੋ ਗਿਆ, ਵਿਕਾਰਾਂ ਦੀ ਤਪਸ਼ ਮਿਟ ਗਈ। ਤੇ ਮਨ ਠੰਡਾ ਹੋ ਜਾਏ ਤੇ ਤਨ ਵੀ ਠੰਡਾ ਹੁੰਦਾ, ਤਨ ਵੀ ਠੰਡਾ ਹੋ ਗਿਆ। ਇੰਦਰੇ ਭਾਵ ਇੰਦਰੇ ਵੀ ਠੰਡੇ ਹੋ ਗਏ। ਸਭ ਇੰਦਰੀਆਂ ਵਸ ਕਰ ਦਿੱਤੀਓ, ਸਤਵੰਤਾ ਸਾੜਾ, ਜਿਤ ਲਾਈਨ ਤੈ ਲੱਗਦੀਆਂ ਨ ਖਿੰਜੋ ਤਾੜਾ। ਇਸ ਪ੍ਰਕਾਰ ਮਨ ਤਨ ਦੋਵੇਂ ਬਚਨ ਕੀਤਾ, ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਸਾਧੂ ਸਤਿਗੁਰਾਂ ਦਾ ਮਿਲਾਪ ਜਦੋਂ ਹੋਇਆ ਤੇ ਸਤਿਗੁਰਾਂ ਕੋਲੋਂ ਨਾਮ ਮਿਲਿਆ, ਉਸ ਨਾਮ ਦੇ ਹਿਰਦੇ 'ਚ ਟਿਕਣ ਕਰਕੇ ਮਨ ਅੰਤਰਮੁਖ ਹੋਇਆ ਤੇ ਮਨ ਵੀ ਸ਼ਾਂਤ ਸ਼ੀਤਲ ਹੋ ਗਿਆ। ਸ਼ਾਂਤੀ ਦਾ ਨਾਮ ਸੀਤਲਤਾ ਹੈ। ਤਨ ਵੀ ਸੀਤਲ ਹੋ ਗਿਆ, ਧੀਰਜ ਪ੍ਰਾਪਤ ਹੋਈ, ਧੀਰਜ ਪਾ ਲਿਆ ਹੈ, ਭਾਵ ਹੌਸਲਾ ਪ੍ਰਾਪਤ ਕਰ ਲਿਆ ਹੈ। ਬਹੁਤ ਵੱਡਾ ਰੱਬ ਦੇ ਪਿਆਰਿਆਂ ਦੇ ਅੰਦਰ ਹੌਸਲਾ ਧੀਰਜ ਹੁੰਦਾ ਹੈ, ਸਹਿਣਸ਼ੀਲਤਾ ਹੁੰਦੀ ਹੈ। ਪ੍ਰਭ ਅਵਿਨਾਸੀ ਬਸਿਆ ਘਟ ਭੀਤਰ, ਪ੍ਰਭੂ ਅਕਾਲ ਪੁਰਖ ਜੋ ਅਬਿਨਾਸੀ, ਨਾਸ ਤੋਂ ਰਹਿਤ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ। ਹੋਰ ਸਭ ਕੁਝ ਖਤਮ ਹੋ ਜਾਏਗਾ, ਪਰ ਵਾਹਿਗੁਰੂ ਅਬਿਨਾਸੀ ਹੈ। ਉਹ ਅਬਿਨਾਸੀ ਪਰਮਾਤਮਾ ਘਟ ਹਿਰਦੇ ਸਰੀਰ ਦੇ ਅੰਦਰ, ਭਾਵ ਹਿਰਦੇ ਦੇ ਅੰਦਰ ਵਸ ਗਿਆ ਹੈ। ਹਰ ਮੰਗਲ ਨਾਨਕ ਗਾਵੈ ਜੀਓ। ਇਸ ਕਰਕੇ ਹਜ਼ੂਰ ਕਹਿੰਦੇ, ਭਾਈ ਅਸੀਂ ਤਾਂ ਉਸੇ ਦੀ ਸਿਫਤ ਸਲਾਹ ਦਾ ਗੀਤ ਗਾਉਂਦੇ ਹਾਂ। ਇਹ ਦਾਸ ਤਾਂ ਉਸ ਦੀ ਸਿਫਤ ਸਲਾਹ ਦਾ ਗੀਤ ਗਾ ਰਿਹਾ ਹੈ, ਭਾਵ ਸਭਨਾ ਕਰਮਾਂ ਤੋਂ ਉੱਪਰ ਵਾਹਿਗੁਰੂ ਦਾ ਜਸ ਗਾਉਣਾ, ਪਰਮਾਤਮਾ ਦਾ ਨਾਮ ਜਪਣਾ, ਵਾਹਿਗੁਰੂ ਦੇ ਜਸ ਨੂੰ ਸੁਣਨਾ। ਇਹ ਸਿੱਧ ਕੀਤਾ ਹਜ਼ੂਰ ਨੇ ਇਸ ਸ਼ਬਦ ਅੰਦਰ। ਮਾਝ ਮਹੱਲਾ ਪੰਜਵਾ। ਸਤਿਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਦੇ ਹਨ, ਪਾਰ ਬ੍ਰਹਮ ਅਪਰੰਪਰ ਦੇਵਾ। ਪਾਰ ਹੈ ਸਾਰੀ ਕੁਦਰਤ ਤੋਂ, ਬ੍ਰਹਮ ਸ਼ੁੱਧ ਸਰੂਪ। ਅਪਰੰਪਰ ਅਪਰ, ਇਸ ਸੰਸਾਰ ਤੋਂ ਅਪਰ ਪਰੇ ਹਨ ਦੇਵਤੇ, ਤੇ ਉਹਨਾਂ ਤੋਂ ਅਪਰ ਅਪਰ ਇਕੱਠਾ ਕਰਕੇ ਬਣਿਆ ਅਪਰੰਪਰ, ਪਰੇ ਤੋਂ ਪਰੇ। ਪਾਰ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਸ਼ੁੱਧ ਸਰੂਪ ਹੈ, ਪਰੇ ਤੋਂ ਪਰੇ ਹੈ ਸਾਰੀ ਕੁਦਰਤ ਤੋਂ ਵੱਡੇ ਬ੍ਰਹਮਾ ਜੀ ਵਰਗਿਆਂ ਤੋਂ ਵੀ ਪਰੇ ਹੈ ਪਰਮਾਤਮਾ। ਦੇਵਾ ਪ੍ਰਕਾਸ਼ ਰੂਪ ਹੈ ਵਾਹਿਗੁਰੂ ਜੀ, ਅਗਮ ਅਗੋਚਰ ਅਲਖ ਅਭੇਵਾ। ਮਨ ਦੀ ਪਹੁੰਚ ਤੋਂ ਪਰੇ ਹੈ, ਉਹਦੇ ਤੱਕ ਗਮਤਾ ਪਹੁੰਚ ਨਹੀਂ ਹੋ ਸਕਦੀ। ਅਗੋਚਰ ਇੰਦਰੀਆਂ ਦਾ ਗੋਚਰਾ ਨਹੀਂ, ਗਿਆਨ ਇੰਦਰੀਆਂ ਦੇ ਗੋਚਰੀ ਪਹੁੰਚ ਤੋਂ ਪਰੇ ਹੈ, ਅਵਿਸ਼ੇ ਹੈ। ਅਲਖ, ਲਖਿਆ ਨਹੀਂ ਜਾਂਦਾ ਮਨ ਬੁੱਧੀ ਕਰਕੇ। ਅਭੇਵਾ, ਉਸ ਦਾ ਭੇਦ ਵੀ ਨਹੀਂ ਪਾਇਆ ਜਾਂਦਾ। ਦੀਨ ਦਇਆਲ ਗੋਪਾਲ ਗੋਬਿੰਦਾ। ਦੀਨ ਆਜਿਜ਼ ਨਿਮਾਣੇ ਨਿਮਰਤਾਵਾਨ ਜੋ ਹੋਣ, ਉਹਨਾਂ ਉੱਪਰ ਬੜਾ ਦਇਆਲੂ ਹੁੰਦਾ ਵਾਹਿਗੁਰੂ। ਤੇ ਗੋਪਾਲ ਸ੍ਰਿਸ਼ਟੀ ਦਾ ਪਾਲਣਹਾਰ ਹੈ। ਗੋਬਿੰਦਾ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਸ੍ਰਿਸ਼ਟੀ ਦੀ ਬਿੰਦ ਰੱਖਿਆ ਕਰਨ ਵਾਲਾ ਵੀ ਹੈ। ਹਰ ਧਿਆਵੋ ਗੁਰਮੁਖ ਗਾਤੀ ਜੀਓ। ਗੁਰਮੁਖ ਬਣ ਕੇ, ਗੁਰਾਂ ਦੇ ਅਨੁਸਾਰੀ ਬਣ ਕੇ ਐਸੇ ਹਰੀ ਪਰਮਾਤਮਾ ਨੂੰ ਧਿਆਵੋ ਤਾਂ ਗਾਤੀ ਉੱਚੀ ਅਵਸਥਾ, ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ ਜੀ। ਗਤੀ ਪ੍ਰਾਪਤ ਹੁੰਦੀ, ਕਲਿਆਣ ਪ੍ਰਾਪਤ ਹੋ ਜਾਂਦੀ ਹੈ ਜੀ। ਗੁਰਮੁਖ ਮਧਸੂਦਨ ਨਿਸਤਾਰੇ, ਜਿਹੜੇ ਗੁਰਾਂ ਦੇ ਸਨਮੁਖ ਹੋ ਕੇ ਚੱਲਦੇ ਨੇ ਉਹਨਾਂ ਨੂੰ ਮਧਸੂਦਨ ਪਰਮਾਤਮਾ, ਗੁਰਮੁਖ ਗੁਰਾਂ ਦੇ ਅਨੁਸਾਰੀ ਹੋ ਕੇ ਜੋ ਮਧਸੂਦਨ ਪਰਮਾਤਮਾ ਨੂੰ ਜਪਦੇ ਨੇ। ਮਧੂ ਨਾਮ ਦੈਂਤ ਨੂੰ ਸੂਦਨ ਕੱਟਣ ਵਾਲੇ ਵਾਹਿਗੁਰੂ ਜੀ, ਦੈਂਤ ਹੰਕਾਰ ਰੂਪੀ ਦੈਂਤ ਨੂੰ ਕੱਟਣ ਵਾਲੇ। ਉਹਨਾਂ ਗੁਰਮੁਖਾਂ ਦੇ ਤਾਈਂ ਉਹਨਾਂ ਨੇ ਨਿਸਪ੍ਰਪੰਚ ਸੰਸਾਰ ਤੋਂ ਤਾਰਿਆ ਹੈ। ਮਧਸੂਦਨ ਪਰਮਾਤਮਾ ਨੇ ਗੁਰਮੁਖ ਸੰਸਾਰ ਤੋਂ ਤਾਰ ਦਿੱਤੇ ਹਨ। ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਤੇ ਗੁਰਮੁਖ ਉਹ ਹੀ ਹੈ ਜੋ ਉਸ ਪਰਮਾਤਮਾ ਦਾ ਸੰਗੀ ਬਣ ਗਿਆ। ਕ੍ਰਿਸ਼ਨ, ਕ੍ਰਿਸ਼ਨ ਦਾ ਅਰਥ ਹੈ ਕ੍ਰਿਸ ਨਾਮ ਹਨੇਰੇ ਦਾ, ਅਨਰਹਿਤ, ਜਿਹੜਾ ਅਗਿਆਨ ਦੇ ਹਨੇਰੇ ਤੋਂ ਬਿਨਾਂ ਹੈ। ਮੁਰ ਨਾਮ ਦੈਂਤ ਦਾ ਅਰੀ ਵੈਰੀ, ਮਤਲਬ ਮੁਰ ਹੰਕਾਰ ਰੂਪੀ ਦੈਂਤ ਦਾ ਵੈਰੀ ਵਾਹਿਗੁਰੂ ਮੁਰਾਰੀ। ਸੋ ਉਹ ਗੁਰਮੁਖ ਜੋ ਹਨ, ਗੁਰਾਂ ਦੇ ਅਨੁਸਾਰੀ ਚੱਲਣ ਵਾਲੇ, ਉਹਨਾਂ ਦਾ ਸੰਗੀ ਹੈ ਪਰਮਾਤਮਾ।
ਸਾਥੀ ਹੈ ਸਦਾ ਦਾ। ਦਇਆਲ ਦਮੋਦਰ ਗੁਰਮੁਖ ਪਾਈ ਹੈ, ਫਿਰ ਉਹ ਦਇਆ ਦਾ ਘਰ ਹੈ। ਤੇ ਦਮੋਦਰ ਸ਼ਬਦ ਬਣਿਆ ਵੀ ਕ੍ਰਿਸ਼ਨ ਜੀ ਨੂੰ ਇੱਕ ਵਾਰੀ ਉਹਨਾਂ ਦੀ ਮਾਂ ਜਸੋਦਾ ਨੇ ਰੱਸੀਆਂ ਪਾ ਕੇ ਬੰਨ੍ਹ ਲਿਆ ਸੀ। ਦਾਮ ਨਾਮ ਰੱਸੀ ਦਾ, ਉਦਰ ਨਾਮ ਪੇਟ ਦਾ, ਉੱਥੋਂ ਇਹ ਨਾਮ ਪੈ ਗਿਆ ਦਮੋਦਰ। ਸਤਿਗੁਰੂ ਜੀ ਨੇ ਦਮੋਦਰ ਨਾਮ ਰਘੁਰਾਏ ਆਦਿਕ ਹਰੀ ਨਾਮ ਕ੍ਰਿਸ਼ਨ ਨਾਮ ਸਭ ਵਾਹਿਗੁਰੂ ਵਾਸਤੇ ਵਰਤੇ ਨੇ। ਹਜ਼ੂਰ ਕਹਿੰਦੇ ਨੇ ਉਹ ਦਇਆਲ ਪ੍ਰੇਮ ਦੀ ਰੱਸੀ 'ਚ ਪੇਟ ਬਣਾ ਲੈਣ ਵਾਲਾ ਜੋ ਹੈ, ਗੁਰਾਂ ਦੇ ਸਨਮੁਖ ਹੋ ਕੇ ਪ੍ਰਾਪਤ ਕੀਤਾ ਜਾਂਦਾ। ਹੋਰ ਤਾਂ ਕਿਤਾ ਨਾ ਭਾਤੀ ਜੀਓ। ਹਜ਼ੂਰ ਕਹਿੰਦੇ ਹੋਰ ਕਿਸੇ ਕਿਸਮ ਤਰੀਕੇ ਨਾਲ ਨੇ, ਭਾਂਤ ਢੰਗ ਤਰੀਕਾ, ਹੋਰ ਕਿਸੇ ਢੰਗ ਤਰੀਕੇ ਨਾਲ, ਕਿਸੇ ਹੋਰ ਭਾਂਤ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਜੀ। ਗੁਰਾਂ ਦੇ ਸਨਮੁਖ ਹੋ ਕੇ ਗੁਰਮੁਖ ਬਣ ਕੇ ਪਾਇਆ ਜਾਂਦਾ। ਨਿਰਹਾਰੀ ਕੇਸਵ ਨਿਰਵੈਰਾ, ਨਿਰ ਆਹਾਰੀ, ਪਰਮਾਤਮਾ ਨੂੰ ਕੋਈ ਭੁੱਖ ਨਹੀਂ ਹੈ। ਤਾਂ ਹੀ ਕਹਿਣਾ ਸਤਨਾਮ ਹੈ ਹਰ ਭੋਗ ਤੁਹਾਰੇ। ਵਾਹਿਗੁਰੂ ਜੀ ਤੁਹਾਨੂੰ ਭੋਗ ਲਵਾਈਏ ਕਿਸ ਚੀਜ਼ ਦਾ? ਸਤਨਾਮ ਦਾ। ਨਿਰਹਾਰੀ, ਵਾਹਿਗੁਰੂ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੈ, ਪਦਾਰਥਾਂ ਦੀ ਭੁੱਖ ਤੋਂ ਰਹਿਤ ਹੈ। ਕੇਸਵ, ਕੇਸਵ ਦਾ ਅਰਥ ਹੈ ਕੇਸਾਧਾਰੀ ਹੈ ਵਾਹਿਗੁਰੂ। ਨਿਰਵੈਰਾ, ਵੈਰ ਤੋਂ ਰਹਿਤ ਹੈ ਪਰਮਾਤਮਾ। ਤੇ ਕੇਸਵ ਦਾ ਅਰਥ ਜਲ 'ਚ ਕ੍ਰੀੜਾ ਕਰਨ ਵਾਲਾ ਵੀ ਹੈ। ਕੋਟ ਜਨਾਂ ਜਾ ਕੇ ਪੂਜੈ ਪੈਰਾ, ਕੋਟ ਜਨ ਭਗਤ ਜਿਸ ਪਰਮਾਤਮਾ ਦੇ ਚਰਨਾਂ ਦੀ ਪੂਜਾ ਕਰਦੇ ਨੇ। ਜਿਵੇਂ ਦਸਮ ਪਾਤਸ਼ਾਹ ਨੇ ਕਿਹਾ ਹੈ ਬਚਨ, ਜਿਤ ਦਰ ਲੱਖ ਮੁਹੰਮਦਾ ਲਖ ਬ੍ਰਹਮੇ ਵਿਸ਼ਨ ਮਹੇਸ਼, ਲੱਖ ਲੱਖ ਰਾਮ ਵਡੀਰੀ ਹੈ ਲੱਖ ਰਾਹੀ ਲੱਖ ਵੇਸ। ਇਸ ਪ੍ਰਕਾਰ ਕਰੋੜਾਂ ਜਨ ਭਗਤ ਸਵਾ ਲੱਖ ਪੈਗੰਬਰ ਤਾਂ ਕੇ, ਸ਼ੇਖ ਜੋ ਕਹੀਏ ਕੋਟ 88 ਛਪਨ ਕੋਟ ਜਾ ਕੇ ਖੇਲ ਖਾਸੀ। ਅਨੇਕਾਂ ਹੀ ਵਾਹਿਗੁਰੂ ਨੇ ਪੈਦਾ ਕੀਤੇ, ਰਿਸ਼ੀ ਮੁਨੀ ਪੈਗੰਬਰ ਪੀਰ, ਉਹਨਾਂ ਦੇ ਅੱਗੇ ਮੁਰੀਦ ਅਨੇਕਾਂ ਹੀ ਹਨ ਜੋ ਵਾਹਿਗੁਰੂ ਦੇ ਚਰਨਾਂ ਨੂੰ ਪੂਜਦੇ ਪਏ ਨੇ। ਗੁਰਮੁਖ ਹਿਰਦੈ ਜਾ ਕੇ ਹਰ ਹਰ, ਜੋ ਗੁਰਾਂ ਦੇ ਸਨਮੁਖ ਹੋ ਗਿਆ ਤੇ ਗੁਰਾਂ ਦੇ ਸਨਮੁਖ ਹੋਇਆ, ਜਿਹਦੇ ਹਿਰਦੇ 'ਚ ਵਾਹਿਗੁਰੂ ਵਾਹਿਗੁਰੂ ਦਾ ਨਿਵਾਸ ਹੋ ਗਿਆ ਨਾਮ ਦਾ, ਸੋਈ ਭਗਤ ਇਕਾਤੀ ਜੀਓ। ਇਕਾਂਤੀ ਮਤਲਬ ਇਕਾਂਤ। ਸੋ ਇਕਾਂਤੀ ਜਿਸ ਹਿਰਦਾ ਥਾਂ, ਇਕਾਂਤ ਵਿੱਚ ਵਸਣ ਵਾਲਾ ਤੇ ਉਹ ਹੀ ਹੈ ਜਿਹਦਾ ਹਿਰਦਾ ਥਾਂ ਟਿਕਾਣੇ ਆ ਜਾਨੀ। ਇੱਕ ਟਿਕਾਣੇ ਪ੍ਰਮਾਤਮਾ ਦੇ। ਪੰਜਵੇਂ ਪੰਜੇ ਇਕਤ ਮੁਕਾਮੈ, ਪੰਜੇ ਇੰਦਰੀਆਂ ਨੂੰ ਏਕਤਾ ਦੇ ਮੁਕਾਮ 'ਚ ਲਿਆਉਣਾ, ਵਾਹਿਗੁਰੂ ਵੱਲ ਜੋੜਨਾ। ਜੋ ਸੰਸਾਰ ਵਿੱਚ ਵੀ ਬੇਸ਼ੱਕ ਰਹਿੰਦਾ ਹੋਵੇ ਪਰ ਹਿਰਦਾ ਵਾਹਿਗੁਰੂ ਵਿੱਚ ਜੁੜਿਆ ਹੋਇਆ ਹੋਵੇ, ਉਹ ਇਕਾਂਤੀ ਹੈ, ਇਕਾਂਤ ਵਾਸੀ ਹੈ। ਸੋ ਇਸ ਪ੍ਰਕਾਰ ਇਕਾਂਤੀ ਦਾ ਅਰਥ ਕੀਤਾ ਅਨੰਨ, ਉਹ ਹੀ ਪਰਮਾਤਮਾ ਦਾ ਅਨੰਨ ਭਗਤ ਸੇਵਕ ਹੈ। ਅਮੋਘ ਦਰਸ਼ਨ ਬੇਅੰਤ ਅਪਾਰਾ, ਅਮੋਘ ਦਾ ਅਰਥ ਹੈ ਵੀ ਜਿਸ ਪਰਮਾਤਮਾ ਦੇ ਦਰਸ਼ਨ ਨਿਸਫਲ ਨਹੀਂ ਜਾਂਦੇ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਜਿਵੇਂ ਕੋਈ ਕਹਿੰਦੇ ਨਾ ਰਾਮ ਜੀ ਦੇ ਬਾਣ ਅਮੋਘ ਬਾਣ ਹੁੰਦੇ ਸੀ। ਦਸਮ ਪਾਤਸ਼ਾਹ ਦਾ ਚੱਲਿਆ ਹੋਇਆ ਤੀਰ ਅਮੋਘ ਹੁੰਦਾ ਸੀ, ਭਾਵ ਫਲ ਦੇਣ ਤੋਂ ਬਗੈਰ ਨਹੀਂ ਰਹੇਗਾ, ਨਿਸਫਲ ਨਹੀਂ ਜਾਏਗਾ। ਉਹਨੂੰ ਕਹਿੰਦੇ ਨੇ ਅਮੋਘ। ਅਮੋਘ ਦਰਸ਼ਨ, ਜਿਸ ਦਾ ਦਰਸ਼ਨ ਸਫਲਾ ਹੈ, ਨਿਸਫਲ ਨਹੀਂ ਹੈ। ਬੇਅੰਤ ਅਪਾਰਾ, ਜਿਸ ਦੇ ਗੁਣਾਂ ਦਾ ਅੰਤ ਨਹੀਂ ਹੈ। ਅਪਾਰਾ, ਜਿਸ ਦਾ ਸਰੂਪ ਦਾ ਪਾਰ ਉਰਾਰ ਨਹੀਂ ਜਾਣਿਆ ਜਾਂਦਾ। ਵੱਡ ਸਮਰੱਥ ਸਦਾ ਦਾ ਤਾਰਾ, ਵੱਡਾ ਸਮਰੱਥਾ ਵਾਲਾ, ਵੱਡ ਸਮਰੱਥ, ਵੱਡੀ ਸਮਰੱਥਾ ਦਾ ਮਾਲਕ, ਬਹੁਤ ਵੱਡਾ ਸਮਰੱਥ ਯਾਨੀ ਸ਼ਕਤੀ ਵਾਲਾ, ਤੇ ਸਦਾ ਸਦਾ ਦਾ ਸਾਰੀ ਸ੍ਰਿਸ਼ਟੀ ਦੇ ਜੀਆਂ ਦਾ ਦਾਤਾਰ, ਸਭ ਨੂੰ ਦਾਤਾਂ ਦੇਣ ਵਾਲਾ ਹੈ। ਗੁਰਮੁਖ ਨਾਮ ਜਪੀਐ ਤਿਤ ਤਰੀਐ, ਜੇ ਗੁਰਾਂ ਦੇ ਸਨਮੁਖ ਹੋ ਕੇ ਗੁਰੂ ਨੂੰ ਸਮਰਪਣ ਹੋ ਕੇ ਵਾਹਿਗੁਰੂ ਦਾ ਨਾਮ ਜਪੀਏ, ਤਿਸ ਨਾਮ ਦੇ ਨਾਲ ਹੀ ਤਰੀਐ ਤਰ ਜਾਈਦਾ ਹੈ। ਗਤ ਨਾਨਕ ਵਿਰਲੀ ਜਾਤੀ ਜੀਓ, ਗਤ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਹੈ, ਇਸ ਨੂੰ ਕਿਸੇ ਵਿਰਲੇ ਨੇ ਜਾਣਿਆ ਵੀ ਕਿੰਝ ਪ੍ਰਾਪਤੀ ਹੁੰਦੀ ਹੈ। ਗਤ ਨਾਮ ਮਹਿਮਾ ਦਾ, ਵਿਰਲੀ ਵਿਰਲੀ ਸ੍ਰਿਸ਼ਟੀ 'ਚੋਂ ਵਿਰਲਿਆਂ ਨੇ ਵਾਹਿਗੁਰੂ ਦੀ ਮਹਿਮਾ ਨੂੰ ਜਾਣਿਆ ਹੈ। ਗਤ ਉੱਚੀ ਆਤਮਿਕ ਅਵਸਥਾ ਨੂੰ, ਇਸ ਅਵਸਥਾ ਨੂੰ, ਨਾਮ ਜਪਣ ਵਾਲੀ ਅਵਸਥਾ ਨੂੰ, ਗੁਰਮੁਖ ਬਣ ਕੇ ਗੁਰਾਂ ਦੇ ਸਨਮੁਖ ਹੋ ਕੇ ਜੋ ਦਿਨੇ ਰਾਤ ਭਜਨ ਕਰਨਾ, ਇਸ ਗਤੀ ਨੂੰ, ਇਸ ਉੱਚੀ ਆਤਮਿਕ ਅਵਸਥਾ ਨੂੰ ਵਿਰਲਿਆਂ ਨੇ ਇਹ ਅਵਸਥਾ ਜਾਤੀ ਜਾਣੀ ਹੈ। ਮਾਝ ਮਹੱਲਾ ਪੰਜਵਾਂ। ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਨ ਕਰਦੇ ਹਨ।
ਕਹਿਆ ਕਰਨਾ ਦਿੱਤਾ ਲੈਣਾ। ਹੇ ਵਾਹਿਗੁਰੂ ਜੀ, ਜੋ ਤੁਸੀਂ ਕਹਿੰਦੇ ਹੋ ਜੀਵ ਉਹੀ ਕੁਛ ਕਰਦੇ ਨੇ। ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਬਣਿਆ। ਜੋ ਤੁਸੀਂ ਕਹਿਆ ਫਰਮਾਨ ਕੀਤਾ ਹੈ, ਜੀਆਂ ਨੇ ਉਹੀ ਕੁਝ ਕਰਨਾ ਹੋਇਆ। ਦਿੱਤਾ ਲੈਣਾ, ਜੋ ਕੁਛ ਤੁਸੀਂ ਦਿੱਤਾ ਹੈ ਉਹੀ ਜੀਆਂ ਨੇ ਲੈਣਾ ਹੋਇਆ। ਗਰੀਬਾਂ ਅਨਾਥਾਂ ਤੇਰਾ ਮਾਣਾ। ਜਿਹੜੇ ਗਰੀਬ ਹਨ, ਅਨਾਥ ਯਤੀਮ ਹਨ, ਜਿਨ੍ਹਾਂ ਦਾ ਕੋਈ ਵੀ ਨਹੀਂ ਹੈ, ਉਹਨਾਂ ਨੂੰ ਤੇਰੇ ਤੇ ਹੀ ਮਾਣ ਹੈ ਸੱਚੇ ਪਾਤਸ਼ਾਹ। ਤੇਰਾ ਮਾਣ ਉਹਨਾਂ ਦੇ ਤਾਂ ਹੀ ਹੈ। ਸਭ ਕੁਛ ਤੂੰ ਹੈ ਮੇਰੇ ਪਿਆਰੇ। ਭਾਵ ਸਾਨੂੰ ਗਰੀਬਾਂ ਅਨਾਥਾਂ ਨੂੰ ਤੇਰਾ ਹੀ ਮਾਣ ਹੈ। ਸਭ ਕੁਛ ਤੁਸੀਂ ਹੋ ਹੈ ਮੇਰੇ ਪਿਆਰੇ ਵਾਹਿਗੁਰੂ ਜੀ। ਤੇਰੀ ਕੁਦਰਤ ਕਉ ਬਲ ਜਾਏ ਜੀਓ। ਕੁਦਰਤ ਦਾ ਅਰਥ ਹੈ ਇੱਥੇ ਤੇਰੀ ਸ਼ਕਤੀ। ਤੇਰੀ ਕੁਦਰਤ ਤੋਂ, ਤੇਰੇ ਕਰਤੱਬਾਂ ਤੋਂ ਸੱਚੇ ਪਾਤਸ਼ਾਹ ਅਸੀਂ ਬਲਿਹਾਰ ਜਾਂਦੇ ਹਾਂ। ਭਾਣਾ ਉਜੜ ਭਾਣਾ ਰਾਹ। ਉਜੜ ਦਾ ਅਰਥ ਹੈ ਔਜੜੇ ਪੈਣਾ, ਕੁਰਾਏ ਪੈ ਜਾਣਾ। ਤੇਰੇ ਭਾਣੇ ਅੰਦਰ ਹੀ ਇੱਕ ਔਜੜੇ ਪੈ ਗਏ ਹਨ, ਰਸਤੇ ਨੂੰ ਖੁੰਝ ਕੇ ਗਲਤ ਰਾਹ 'ਤੇ ਪੈ ਗਏ ਹਨ ਮਨਮੁਖ ਬਣ ਕੇ। ਇੱਕ ਤੇਰੇ ਭਾਣੇ ਅੰਦਰ, ਤੇਰੀ ਰਜਾ, ਤੇਰੇ ਹੁਕਮ ਦੇ ਅੰਦਰ ਹੀ ਅਸਲ ਰਾਹ ਜਿਹੜਾ ਤੇਰੀ ਪ੍ਰਾਪਤੀ ਦਾ ਜਾਂ ਇਨਸਾਨੀਅਤ ਵਾਲਾ ਰਾਹ ਜਿਹੜਾ ਤੈਨੂੰ ਪਸੰਦ ਆ, ਉਹ ਤੇਰੇ ਭਾਣੇ ਅੰਦਰ, ਉਹ ਉਸ ਰਸਤੇ 'ਤੇ ਚੱਲ ਪਏ ਹਨ। ਭਾਣਾ ਹਰ ਗੁਣ ਗੁਰਮੁਖ ਗਾਵਾਹਾ। ਇਹ ਤੇਰੇ ਭਾਣੇ ਅੰਦਰ ਹੀ ਜੋ ਗੁਰਮੁਖ ਹਨ, ਉਹ ਹੈ ਹਰੀ ਜੀ ਤੁਹਾਡੇ ਗੁਣ ਗਾਉਂਦੇ ਹਨ। ਭਾਣੇ, ਆਪਣੇ ਭਾਣੇ ਰਜਾ ਦੇ ਅੰਦਰ ਹੀ ਹੇ ਹਰੀ ਜੀ ਤੁਸੀਂ ਗੁਰਮੁਖਾਂ ਤੋਂ ਆਪਣੇ ਗੁਣ ਗਵਾ ਰਹੇ ਹੋ। ਭਾਣਾ ਭਰਮ ਭਵੈ ਬਹੁ ਜੂਨੀ। ਹੇ ਵਾਹਿਗੁਰੂ ਜੀ, ਤੁਹਾਡੇ ਭਾਣੇ ਹੁਕਮ ਰਜਾ ਦੇ ਅੰਦਰ ਹੀ ਜੀਵ ਭਰਮ ਵਿੱਚ ਪੈ ਕੇ ਬਹੁਤੀਆਂ ਜੂਨਾਂ ਵਿੱਚ ਪਾਉਂਦਾ ਹੈ। ਭਰਮ 'ਚ ਪੈ ਕੇ ਮਨਮੁਖ ਬਣਦਾ ਅਤੇ ਬਹੁਤੀਆਂ ਜੂਨਾਂ 'ਚ ਪੈ ਕੇ ਪਾਉਂਦਾ ਫਿਰਦਾ ਹੈ। ਸਭ ਕੁਛ ਤਿਸੈ ਰਜਾਈ ਜੀਓ। ਤਿਸ ਆਪ ਜੀ ਦੀ ਰਜਾ ਵਿੱਚ ਹੀ ਸਭ ਕੁਛ, ਅਥਵਾ ਸਾਨੂੰ ਦੱਸ ਰਹੇ ਨੇ ਕਿ ਤਿਸ ਪਰਮਾਤਮਾ ਦੀ ਰਜਾ ਵਿੱਚ ਹੀ ਸਭ ਕੁਛ ਹੈ। ਰਜਾ ਤੋਂ, ਹੁਕਮ ਤੋਂ, ਆਗਿਆ ਤੋਂ ਬਾਹਰ ਕੁਛ ਨਹੀਂ ਹੈ। ਆਗਿਆ ਭਿੰਨ ਨਾ ਕੋਈ, ਨਾ ਕੋ ਮੂਰਖ ਨਾ ਕੋ ਸਿਆਣਾ। ਆਪਣੀ ਆਪਣਤ ਕਰਕੇ, ਆਪਣੀ ਹਉਮੈ ਧਾਰ ਕੇ, ਆਪਣੀ ਮਰਜ਼ੀ ਨਾਲ ਕੋਈ ਮੂਰਖ ਵੀ ਨਹੀਂ ਬਣਿਆ ਹੈ, ਨਾ ਹੀ ਕੋਈ ਆਪਣੀ ਸੂਝ ਬੂਝ ਨਾਲ ਸਿਆਣਾ ਬਣ ਗਿਆ ਹੈ। ਤੇਰੇ ਹੁਕਮ ਤੋਂ ਬਾਹਰ ਤਾਂ ਕੋਈ ਸਿਆਣਾ ਨਹੀਂ ਬਣ ਸਕਦਾ। ਜੇ ਤੂੰ ਬਣਾਵੇਂ ਤਾਂ ਬਣੇ। ਭਾਵ ਸਭ ਕੁਛ ਤੇਰੇ ਹੁਕਮ ਦੇ ਅੰਦਰ ਹੈ। ਆਪ ਕੋਈ ਮੂਰਖ ਨਹੀਂ ਹੈ ਅਤੇ ਕੋਈ ਸਿਆਣਾ ਵੀ ਨਹੀਂ ਹੈ। ਨਾਨਕ ਉੱਤਮ ਨੀਚ ਨਾ ਕੋਈ, ਜਿਵੇਂ ਵਚਨ ਕੀਤਾ। ਹਜ਼ੂਰ ਕਹਿੰਦੇ ਨੇ ਕਿ ਜਿਸ ਹੱਥ ਜੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਨਾ ਕੋਈ ਉੱਤਮ ਨਾ ਕੋਈ ਨੀਚ ਹੈ। ਵਰਤੈ ਸਭ ਕੁਛ ਤੇਰਾ ਭਾਣਾ। ਹੇ ਵਾਹਿਗੁਰੂ ਜੀ, ਸਭ ਕੁਛ ਤੁਹਾਡਾ ਭਾਣਾ, ਤੁਹਾਡਾ ਹੁਕਮ, ਤੁਹਾਡਾ ਫਰਮਾਨ, ਤੁਹਾਡੀ ਰਜਾ ਹੀ ਵਰਤ ਰਹੀ ਹੈ। ਅਗਮ ਅਗੋਚਰ ਬੇਅੰਤ ਅਥਾਹ। ਹੇ ਮਹਾਰਾਜ, ਤੁਸੀਂ ਅਪਹੁੰਚ ਹੋ, ਇੰਦਰੀਆਂ ਗੋਚਰ ਵੀ ਨਹੀਂ ਹੋ। ਤੁਸੀਂ ਬੇਅੰਤ ਗੁਣਾਂ ਵਾਲੇ ਹੋ। ਅਥਾਹ ਸਮੁੰਦਰ ਦੀ ਨਿਆਈ ਅਥਾਹ ਹੋ, ਤੁਹਾਡੀ ਥਾਹ ਨਹੀਂ ਪਾਈ ਜਾਂਦੀ। ਤੇਰੀ ਕੀਮਤ ਕਹਿਣ ਨਾ ਜਾਏ ਜੀ। ਹੇ ਵਾਹਿਗੁਰੂ ਜੀ, ਤੁਹਾਡੀ ਕੀਮਤ ਵੀ ਨਹੀਂ ਕਥਨ ਕੀਤੀ ਜਾ ਸਕਦੀ ਕਿ ਕਿਸ ਚੀਜ਼ ਦੇ ਵੱਟੇ ਤੁਹਾਡਾ ਮਿਲਾਪ ਹੁੰਦਾ। ਤੁਹਾਡੇ ਬਰਾਬਰ ਦਾ ਕਿਆ, ਤੁਹਾਡਾ ਮੁੱਲ ਕਿਆ ਹੈ, ਕੁਛ ਨਹੀਂ ਕਿਹਾ ਜਾ ਸਕਦਾ। ਖਾਕ ਸੰਤਨ ਕੀ ਦੇਹੋ ਪਿਆਰੇ। ਅਸੀਂ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ। ਭਾਵ ਸਾਨੂੰ ਜਾਇਜ਼ ਦੱਸ ਰਹੇ ਨੇ ਸਤਿਗੁਰੂ ਕਿ ਆਹ ਦਾਤ ਮੰਗਿਆ ਕਰੋ। ਜਿਵੇਂ ਬਚਨ ਹਨ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵਹੁ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ। ਪਾਰ ਬ੍ਰਹਮ ਮੇਰੀ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ। ਇਹ ਦਾਤਾਂ ਤੇ ਅਸੀਂ ਮੰਗਦੇ ਹੀ ਨਹੀਂ, ਅਸੀਂ ਤੇ ਹੋਰ ਹੀ ਮੰਗੀ ਜਾ ਰਹੇ ਨੇ, ਕਿਉਂਕਿ ਸਮਝ ਘੱਟ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਤੇਰੇ ਜਿਹੜੇ ਸੰਤ ਨੇ ਨਾ, ਬਨਾਵਟੀ ਭੇਖੀ ਨਹੀਂ, ਤੇਰੇ ਸੰਤ, ਤੈਨੂੰ ਭਾ ਜਾਣ ਵਾਲੇ ਸੰਤ, ਜਿਨ੍ਹਾਂ ਨੂੰ ਤੂੰ ਆਪਣੇ ਦਰ 'ਤੇ ਪ੍ਰਵਾਨ ਕਰ ਲਿਆ ਹੈ, ਸ਼ਾਂਤ ਹਿਰਦੇ ਵਾਲੇ, ਐਸੇ ਸੰਤ ਜਨਾਂ ਦੀ ਖਾਕ ਚਰਨ ਧੂੜੀ ਹੈ ਪਿਆਰੇ ਵਾਹਿਗੁਰੂ ਜੀ ਸਾਨੂੰ ਬਖਸ਼ ਦਿਓ। ਆਏ ਪਿਆ ਹਰ ਤੇਰਾ ਦੁਆਰਾ। ਹੇ ਵਾਹਿਗੁਰੂ ਜੀ, ਮੈਂ ਆ ਕੇ ਡਿੱਗ ਪਿਆ ਹਾਂ ਤੁਹਾਡੇ ਦਰਵਾਜ਼ੇ ਅੱਗੇ, ਹੋਰ ਕੋਈ ਟਿਕਾਣਾ ਹੀ ਨਹੀਂ ਹੈ। ਦਰਸ਼ਨ ਪੇਖਤ ਮਨ ਆਗਾਵੈ। ਦਰਸ਼ਨ ਵੇਖਣ ਨਾਲ ਮਨ ਰੱਜਦਾ ਹੈ। ਨਾਨਕ ਮਿਲਣ ਸੁਭਾਈ ਜੀਓ। ਅਤੇ ਜਿਹੜਾ ਤੁਹਾਡੇ ਦਰਸ਼ਨ ਕਰ ਲੈਂਦਾ, ਇਸ ਤਰ੍ਹਾਂ ਤੁਹਾਡੇ ਦਰਵਾਜ਼ੇ 'ਤੇ ਆ ਪੈਂਦਾ, ਜਿਹਦਾ ਮਨ ਹੋਰ ਪਾਸਿਆਂ ਤੋਂ ਰੱਜ ਜਾਂਦਾ,
ਉਹਨੂੰ ਫਿਰ ਸੁਭਾਵਿਕ ਹੀ ਤੁਹਾਡਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ। ਸੁਭਾਵਿਕ ਹੀ ਤੁਹਾਡਾ ਮਿਲਾਪ ਪ੍ਰਾਪਤ ਹੋਇਆ, ਮਨ ਰੱਜ ਗਿਆ ਤੇ ਦਰਸ਼ਨ ਕਰਨ ਦੇ ਨਾਲ ਮਨ ਰੱਜਿਆ। ਇੰਜ ਵੀ ਅਰਥ ਸਮਝ ਲੈਣਾ, ਪਹਿਲਾਂ ਮਿਲਣ ਸੁਭਾਈ, ਜਿਹਨੂੰ ਸਹਿਜ ਸੁਭਾਵਿਕ ਹੀ ਤੁਹਾਡਾ ਮਿਲਾਪ ਹੋਇਆ, ਤੁਹਾਡੇ ਦਰਸ਼ਨ ਕਰਦਿਆਂ ਸਾਰ, ਦਰਸ਼ਨ ਵੇਖਦਿਆਂ ਸਾਰ ਹੀ ਉਹਨਾਂ ਦਾ ਮਨ ਰੱਜ ਗਿਆ ਹੈ। ਮਾਝ ਮਹੱਲਾ ਪੰਜਵਾਂ। ਮਾਝ ਰਾਗ ਵਿੱਚ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾਤਾ ਜੀ ਬਚਨ ਫਰਮਾ ਰਹੇ, ਦੁੱਖ ਤਦੇ ਜਾਂ ਵਿਸਰ ਜਾਵੇ। ਜਿਹੜੇ ਸਾਨੂੰ ਸੰਸਾਰੀਆਂ ਨੂੰ ਵੀ ਦੁੱਖ ਲੱਗਦੇ ਨੇ, ਇਹਨਾਂ ਦਾ ਕਾਰਨ ਇਹੀ ਹੈ ਕਿ ਵਾਹਿਗੁਰੂ ਵਿਸਰ ਗਿਆ ਹੈ। ਪਰਮਾਤਮਾ ਦੇ ਵਿਸਾਰੇ ਵਿੱਚ ਵਿਸਰ ਜਾਣ ਕਰਕੇ, ਪਰਮਾਤਮਾ ਨੂੰ ਭੁੱਲ ਜਾਣ ਕਰਕੇ ਜੀਵ ਦੁਖੀ ਹੋ ਰਹੇ ਨੇ। ਤੇ ਦੂਜਾ ਭਗਤਾਂ ਦੀ ਅਵਸਥਾ ਹੈ ਕਿ ਇੱਕ ਖਿਨ ਪਲ ਬਿਸਰਹਿ ਤੂੰ ਸੁਆਮੀ, ਜਾਣੋ ਬਰਸ 85। ਇੱਕ ਖਿਨ ਪਲ ਮਾਤਰ ਵੀ ਤੁਸੀਂ ਵਿਸਰਦੇ ਹੋ ਨਾ, ਤਾਂ ਇੰਝ ਪ੍ਰਤੀਤ ਹੁੰਦਾ 50 ਵਰ੍ਹੇ ਹੋ ਗਏ ਨੇ। ਚਾਰ ਪਹਿਰ ਚੌ ਜੁਗੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ। ਚਾਰ ਚਾਰ ਪਹਿਰ ਵੀ ਚਾਰ ਚਾਰ ਜੁਗਾਂ ਵਰਗੇ ਪ੍ਰਤੀਤ ਹੋ ਰਹੇ ਨੇ। ਪਰਮਾਤਮਾ ਦੇ ਨਾਲ ਜੋ ਜੁੜਿਆ ਹੋਇਆ ਹਿਰਦਾ ਹੈ, ਉਹਨੂੰ ਜੇ ਕਿਤੇ ਥੋੜ੍ਹਾ ਬਹੁਤਾ ਵੀ ਵਿੱਥ ਪਏ, ਵਿਸਰ ਜਾਏ ਪਰਮਾਤਮਾ, ਤੇ ਉਹ ਕਹਿੰਦਾ ਮੌਤ ਹੈ। ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਤਦੋਂ ਹੀ ਲੱਗਦਾ ਹੈ ਜਦੋਂ ਵਾਹਿਗੁਰੂ ਭੁੱਲ ਜਾਂਦਾ ਹੈ। ਭੁੱਖ ਵਿਆਪੈ ਬਹੁ ਬਿਧ ਧਾਵੈ। ਔਰ ਭੁੱਖ ਪਦਾਰਥਾਂ ਦੀ ਤ੍ਰਿਸ਼ਨਾ ਵਿਆਪਦੀ, ਆਪਣਾ ਜ਼ੋਰ ਪਾਉਂਦੀ ਹੈ, ਤੇ ਜੀਵ ਬਹੁ ਵਿਧੀਆਂ ਨਾਲ ਧਾਉਂਦਾ ਫਿਰਦਾ ਪਦਾਰਥਾਂ ਦੇ ਵਾਸਤੇ ਇੱਧਰ ਉੱਧਰ। ਪਰ ਹਜ਼ੂਰ ਕਹਿੰਦੇ ਨੇ ਸਿਮਰਤ ਨਾਮ ਸਦਾ ਸੁਹੇਲਾ। ਜਿਹੜਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ, ਪਰਮਾਤਮਾ ਨੂੰ ਸਿਮਰਦਿਆਂ ਹੋਇਆਂ, ਉਹ ਸਦਾ ਵਾਸਤੇ ਸੁਹੇਲਾ, ਸੁਖੀ ਬਣ ਜਾਂਦਾ। ਉਹ ਸੁਹੇਲਾ ਸਦ ਸੁਖੀ ਸਭ ਭਰਮ ਭਉ ਭਾਗਾ, ਜਿਸ ਦੇਵੈ ਦੀਨ ਦਇਆਲਾ ਜੀਓ। ਪਰ ਇਹ ਨਾਮ ਸਿਮਰਨ ਉਹੀ ਕਰੇਗਾ ਜਿਸ ਦੇ ਤਾਈਂ ਦੀਨਾਂ ਗਰੀਬਾਂ ਤੇ ਦਇਆਲੂ ਹੋਣ ਵਾਲਾ ਵਾਹਿਗੁਰੂ, ਜਿਸ ਦਾ ਨਾਮ ਹੈ ਦੀਨ ਦਇਆਲ, ਉਹ ਪਰਮਾਤਮਾ ਜਿਸ ਦੇ ਤਾਈਂ ਆਪਣਾ ਨਾਮ ਬਖਸ਼ਦਾ ਹੈ, ਉਹੀ ਨਾਮ ਦਾ ਸਿਮਰਨ ਕਰਦਾ। ਤੇ ਨਾਮ ਸਿਮਰਨ ਕਰਦਾ ਹੋਇਆ ਉਹ ਸਦਾ ਲਈ ਸੁਹੇਲਾ, ਸੁਖੀ ਹੋ ਜਾਂਦਾ ਹੈ। ਸਤਿਗੁਰ ਮੇਰਾ ਵੱਡ ਸਮਰੱਥਾ। ਮੇਰੇ ਸਤਿਗੁਰੂ ਜੀ ਵੱਡੀ ਸਮਰੱਥਾ ਵਾਲੇ ਨੇ, ਬਹੁਤ ਵੱਡੇ ਸਮਰੱਥ ਹਨ। ਬਚਨ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾ ਹੈ, ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ। ਕਿਉਂਕਿ ਪਰਮੇਸ਼ਰ ਸਰੂਪ ਹਨ ਸਤਿਗੁਰੂ। ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ। ਸਤਿਗੁਰੂ ਮੇਰੇ ਬਹੁਤ ਵੱਡੇ ਸਮਰੱਥ ਹਨ। ਜੀਏ ਸੰਭਾਲੀ ਤਾਂ ਸਭ ਦੁੱਖ ਲੱਥਾ। ਜੀਏ ਜੀਓ ਦੇ ਵਿੱਚ ਮਨ ਅੰਦਰ ਜੇ ਮੈਂ ਸੰਭਾਲੀ ਸਿਮਰਾਂ, ਯਾਦ ਕਰਾਂ, ਤਾਂ ਮੇਰਾ ਸਾਰਾ ਦੁੱਖ ਸਮਝੋ ਲੱਥ ਗਿਆ। ਵਾਹਿਗੁਰੂ ਨੂੰ ਮੈਂ ਜੀ ਦੇ ਅੰਦਰ, ਮਨ ਦੇ ਅੰਦਰ ਚੇਤੇ ਕਰਦਾ ਹਾਂ, ਤਾਂ ਮੇਰਾ ਸਾਰਾ ਦੁੱਖ ਲੱਥਾ ਹੋਇਆ, ਦੂਰ ਹੋ ਗਿਆ। ਹੁਣ ਕੀ ਹੋਇਆ? ਚਿੰਤਾ ਰੋਗ ਗਈ ਹਉ ਪੀੜਾ, ਆਪ ਕਰੇ ਪ੍ਰਤਪਾਲਾ ਜੀਓ। ਚਿੰਤਾ ਨੂੰ ਬਹੁਤ ਵੱਡਾ ਰੋਗ ਮੰਨਿਆ ਹੈ। ਚਿੰਤਾ ਚਿਹਾ ਬਰੋਬਰੀ ਕਿਹਾ ਵਿਦਵਾਨਾਂ ਨੇ। ਚਿੰਤਾ ਦਾ ਰੋਗ, ਚਿੰਤਾ ਰੂਪੀ ਰੋਗ ਜਿਹੜਾ ਸੀ, ਰੋਗ ਬਣ ਕੇ ਚਿੰਤਾ ਚੰਬੜੀ ਹੋਈ ਸੀ, ਉਹ ਰੋਗ ਚਲਾ ਗਿਆ। ਹਉ ਪੀੜਾ ਗਈ, ਹਉ ਪੀੜਾ। ਔਰ ਜਿਹੜੀ ਹੰਗਤਾ ਦੀ ਪੀੜ ਸੀ, ਜਾਂ ਹੰਗਤਾ ਕਰਕੇ ਜੰਮਣ ਮਰਨ ਦੀਆਂ ਪੀੜਾਂ ਲੱਗੀਆਂ ਹੋਈਆਂ ਸੀ, ਸਭ ਦੂਰ ਹੋ ਗਈਆਂ। ਕਦੋਂ ਦੂਰ ਹੋਈਆਂ? ਆਪ ਕਰੇ ਪ੍ਰਤਪਾਲਾ ਜੀ। ਜਦੋਂ ਪਰਮਾਤਮਾ ਆਪ ਪ੍ਰਤਪਾਲਾ ਕਰਨ ਵਾਲਾ ਬਣ ਗਿਆ, ਰੱਖਿਆ ਕਰਨ ਵਾਲਾ ਬਣ ਗਿਆ, ਤੇ ਉਸਨੇ ਬਚਾ ਲਿਆ, ਆਪਣਾ ਨਾਮ ਦੇ ਦਿੱਤਾ। ਚਿੰਤਾ ਰੋਗ ਤੋਂ ਮੁਕਤ ਹੋ ਗਏ, ਹੰਗਤਾ ਦੀ ਪੀੜ ਚਲੀ ਗਈ, ਹੰਗਤਾ ਕਰਕੇ ਜੰਮਣ ਮਰਨ ਦੀਆਂ ਪੀੜਾਂ ਦੂਰ ਹੋ ਗਈਆਂ। ਬਾਰਿਕ ਵਾਂਗੀ ਸਭ ਕੁਛ ਮੰਗਾ। ਜਿਵੇਂ ਬਾਲਕ ਆਪਣੇ ਮਾਤਾ ਪਿਤਾ ਤੋਂ ਰੋ ਰੋ ਕੇ ਚੀਜ਼ਾਂ ਮੰਗਦੇ, ਜਿਹੜੀ ਚੀਜ਼ ਦੀ ਵੀ ਲੋੜ ਹੁੰਦੀ ਹੈ ਉਹ ਆਪਣੇ ਮਾਤਾ ਪਿਤਾ ਤੋਂ ਮੰਗਦਾ ਬਾਲਕ, ਜੋ ਬੱਚਾ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਬਾਲਕ ਵਾਂਗ, ਬਾਰਿਕ ਵਾਂਗੀ, ਬਾਲਕ ਬੱਚਿਆਂ ਵਾਂਗ ਮੈਂ ਸਭ ਕੁਛ ਆਪਣੇ ਮਾਲਕ ਪਾਸੋਂ ਹੀ ਮੰਗਦਾ ਹਾਂ। ਦੇਦੇ ਤੋਟ ਨਾਹੀਂ ਪ੍ਰਭ ਰੰਗਾ। ਪ੍ਰਭੂ ਪਰਮਾਤਮਾ ਜੋ ਰੰਗਾ ਪਦਾਰਥ ਦਾਤਾ ਮੈਨੂੰ ਆਪਣੀ ਮੌਜ ਵਿੱਚ ਬਖਸ਼ਦਾ ਹੈ, ਜੋ ਰੰਗਾ ਪ੍ਰੇਮ ਸਰੂਪ ਹੈ ਵਾਹਿਗੁਰੂ, ਉਹ ਹਰੀ ਜੋ ਦਿੰਦਾ ਹੈ, ਉਹਦੇ ਦੇਣ ਵਿੱਚ ਤੋਟ ਨਹੀਂ ਆਉਂਦੀ। ਦੇਈ ਜਾ ਰਿਹਾ ਹੈ, ਦੇਈ ਜਾ ਰਿਹਾ ਹੈ, ਉਹਨੂੰ ਦਿੰਦਿਆਂ ਪਿੱਛੋਂ ਭੰਡਾਰੇ ਵਿੱਚੋਂ ਤੋਟ ਨਹੀਂ ਆਉਂਦੀ। ਅਗਣਤ ਭਰੇ ਭੰਡਾਰ, ਦਿੰਦੇ ਤੋਟ ਨਾ ਆਵੇ, ਗਣਤ ਭਰੇ ਭੰਡਾਰ। ਪੈਰੀ ਪੈ ਪੈ ਬਹੁਤ ਮਨਾਈ,
ਮੈਂ ਉਹਦੀ ਚਰਨੀ ਡਿੱਗ ਡਿੱਗ ਕੇ ਉਹਨੂੰ ਬਹੁਤ ਮਨਾਉਂਦਾ ਹਾਂ, ਭਾਵ ਪ੍ਰਸੰਨ ਕਰਦਾ ਹਾਂ। ਕਿਸ ਨੂੰ ਜੀ? ਦੀਨ ਦਿਆਲ ਗੋਪਾਲਾ ਜੀਓ, ਜੋ ਦੀਨਾਂ ਦੇ ਉੱਪਰ ਦਇਆਲੂ ਹੋਣ ਵਾਲਾ, ਆਜਿਜ਼ ਨਿਮਾਣਿਆਂ ਦੇ ਉੱਪਰ ਦਇਆ ਕਰਨ ਵਾਲਾ, ਜੋ ਗੋਪਾਲ ਸ੍ਰਿਸ਼ਟੀ ਦਾ ਪਾਲਕ ਹੈ। ਵਾਹਿਗੁਰੂ ਜੀ ਹਉ ਬਲਿਹਾਰੀ ਸਤਿਗੁਰ ਪੂਰੇ, ਜੋ ਮੇਰੇ ਪੂਰਨ ਸਤਿਗੁਰੂ ਹਨ, ਸਾਰੇ ਸ਼ੁਭ ਗੁਣਾਂ ਦੇ ਨਾਲ ਭਰੇ ਹੋਏ ਪੂਰਨ, ਜਿਨ੍ਹਾਂ ਵਿੱਚ ਕੋਈ ਵਕਾਰ ਨਹੀਂ, ਕੋਈ ਊਣਤਾਈ ਨਹੀਂ, ਕੋਈ ਔਗਣ ਨਹੀਂ, ਕੋਈ ਦੋਸ਼ ਨਹੀਂ। ਐਸੇ ਮੇਰੇ ਪੂਰੇ ਸਤਿਗੁਰੂ, ਨਾਸ ਤੋਂ ਰਹਿਤ ਗੁਰੂ ਮਹਾਰਾਜ, ਸਦੀਵੀ ਰਹਿਣ ਵਾਲੇ ਸਤਿਗੁਰੂ, ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਜਿਨ ਬੰਧਨ ਕਾਟੇ ਸਗਲੇ ਮੇਰੇ, ਜਿਨ੍ਹਾਂ ਸਤਿਗੁਰਾਂ ਨੇ ਮੇਰੇ ਸਾਰੇ ਬੰਧਨ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁੱਤ ਕੰਨਿਆ ਅਰਨਾਰ, ਸੋ ਇਸ ਪ੍ਰਕਾਰ ਬੰਧਨ ਕਰਮ ਕਰੈ ਹਉ ਫਾਸਾ, ਬੰਧਨ ਗ੍ਰਸਤ ਬੰਧਨ ਉਦਾਸਾ। ਇਉਂ ਜੰਮਣ ਮਰਨ ਦੇ ਬੰਧਨ, ਵਿਕਾਰਾਂ ਦੇ ਬੰਧਨ, ਸੰਸਾਰ ਦਾ ਕਜੀਆ ਪਵਾੜਾ ਜਿਹੜਾ ਧੰਦਾ, ਇਹ ਬੰਧਨ, ਜਿਸ ਸਤਿਗੁਰੂ ਜੀ ਨੇ ਮੇਰੇ ਸਾਰੇ ਬੰਧਨ ਕੱਟ ਦਿੱਤੇ। ਹਿਰਦੈ ਨਾਮ ਦੇ ਨਿਰਮਲ ਕੀਏ, ਮੇਰੇ ਹਿਰਦੇ ਦੇ ਅੰਦਰ ਆਪਣਾ ਨਾਮ ਬਖਸ਼ ਕੇ ਮੈਨੂੰ ਨਿਰਮਲ, ਉਜਲ ਤੇ ਪਵਿੱਤਰ ਕਰ ਲਿਆ। ਜਾਂ ਜਿਨ੍ਹਾਂ ਦੇ ਵੀ ਹਿਰਦੇ 'ਚ ਵਾਹਿਗੁਰੂ ਨੇ ਆਪਣਾ ਨਾਮ ਬਖਸ਼ ਦਿੱਤਾ ਹੈ, ਉਹਨਾਂ ਨੂੰ ਨਿਰਮਲ, ਉਹ ਹਿਰਦਿਆਂ ਨੂੰ ਨਿਰਮਲ ਕਰ ਦਿੱਤਾ, ਉਹ ਸਾਰੇ ਨਿਰਮਲ ਕਰ ਦਿੱਤੇ ਨੇ। ਨਾਨਕ ਰੰਗ ਰਸਾਲਾ ਜੀਓ, ਐਸੇ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਆ ਕੇ ਅਸੀਂ ਆਨੰਦਿਤ ਹੋ ਗਏ ਹਾਂ। ਰਸਾਲਾ ਰਸ ਦਾ ਘਰ ਬਣ ਗਏ ਹਾਂ, ਜਾਂ ਰਸਾਲਾ ਜੋ ਰਸ ਦਾ ਘਰ ਹੈ ਪਰਮੇਸ਼ਰ, ਉਹਦੇ ਰੰਗ ਵਿੱਚ ਅਸੀਂ ਰਹਿੰਦੇ ਹਾਂ। ਉਹਦੇ ਰੰਗ 'ਚ ਰਹਿਆਂ ਹੀ ਨਿਰਮਲ ਹੋਇਆ ਜਾਂਦਾ ਹੈ। ਇਉਂ ਸਤਿਗੁਰੂ ਮਹਾਰਾਜ ਜੀ ਨੇ ਇੱਥੋਂ ਤੱਕ ਇਹ ਉਪਦੇਸ਼ ਸਾਡੇ ਤਾਈਂ ਬਖਸ਼ਿਸ਼ ਕੀਤਾ ਹੈ। ਇੱਕ ਸ਼ਬਦ ਦੀ ਵਿਚਾਰ ਹੋਰ ਕਰ ਲਈ ਜਾਏ। ਮਾਝ ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਦੇ ਹਨ, ਲਾਲ ਗੋਪਾਲ। ਲਾਲ ਦਾ ਅਰਥ ਹੈ ਪਿਆਰਾ, ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲਾ, ਦਇਆਲ ਰੰਗੀਲੇ, ਦਇਆ ਦਾ ਘਰ ਹੈ, ਰੰਗੀਲੇ ਆਨੰਦੀ ਸਰੂਪ ਹੈ ਪਰਮੇਸ਼ਰ, ਆਨੰਦ ਸਰੂਪ ਹੈ। ਗਹਿਰ ਗੰਭੀਰ ਬੇਅੰਤ ਗੋਵਿੰਦੇ, ਗਹਿਰ ਜਿਸ ਦਾ ਗਿਆਨ ਬੜਾ ਡੂੰਘਾ ਹੈ, ਤੇ ਗੰਭੀਰ ਦਾ ਅਰਥ ਹੈ ਨਿਰਹਲ, ਗਹਿਰ ਅਥਾਹ ਹੈ। ਗੰਭੀਰ ਉੱਚੇ ਇੰਦੀਏ ਵਾਲਾ, ਜਿਸ ਦੇ ਅੰਦਰ ਦੇ ਹਿਰਦੇ ਦੀ ਗੱਲ ਦਾ ਸਾਨੂੰ ਪਤਾ ਨਹੀਂ ਲੱਗਦਾ। ਸੋ ਗੰਭੀਰ ਅਟਲ ਵੀ ਅਰਥ ਕਰਦੇ ਨੇ। ਗੰਭੀਰ ਪਹਾੜ ਵਾਂਗੂ ਅਚਲ ਹੈ। ਬੇਅੰਤ ਗੋਵਿੰਦੇ, ਜੋ ਅੰਤ ਤੋਂ ਰਹਿਤ ਹੈ, ਜਿਸ ਦੇ ਗੁਣਾਂ ਦਾ ਅੰਤ ਵੀ ਨਹੀਂ ਹੈ। ਗੋਵਿੰਦੇ, ਗੋ ਗੁਰਾਂ ਦੀ ਬਾਣੀ ਕਰਕੇ ਬਿੰਦੇ ਜਾਣਨੇ ਯੋਗ ਹੈ। ਗੋ ਸ੍ਰਿਸ਼ਟੀ ਦਾ ਬਿੰਦ ਰੱਖਕ ਹੈ। ਊਚ ਅਥਾ ਬੇਅੰਤ ਸੁਆਮੀ, ਸਭ ਤੋਂ ਉੱਚਾ ਹੈ। ਅਥਾ ਜਿਹਦਾ ਥਾ ਨਹੀਂ ਪਾਇਆ ਜਾਂਦਾ। ਬੇਅੰਤ ਗੁਣ ਹਨ ਜਿਸ ਦੇ, ਸੁਆਮੀ ਮਾਲਕ ਹੈ ਸਭ ਦਾ। ਸਿਮਰ ਸਿਮਰ ਹਉ ਜੀਵਾਂ ਜੀਓ, ਐਸੇ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰ ਕਰਕੇ ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਮੈਂ ਜਿਉਂਦਾ ਜਾਗਦਾ ਹੁੰਦਾ ਹਾਂ, ਨਹੀਂ ਤਾਂ ਮੌਤ ਸਮਝਦਾ ਹਾਂ ਜੇ ਉਸ ਦਾ ਸਿਮਰਨ ਵਿਸਰ ਜਾਏ ਤਾਂ। ਦੁੱਖ ਭੰਜਨ ਨਿਧਾਨ ਅਮੁੱਲੇ, ਸਾਰੇ ਦੁੱਖਾਂ ਨੂੰ ਭੰਨਣ ਵਾਲਾ ਹੈ ਵਾਹਿਗੁਰੂ ਪਰਮਾਤਮਾ। ਨਿਧਾਨ ਖਜ਼ਾਨਾ ਹੈ ਸਾਰੇ ਸ਼ੁਭ ਗੁਣਾਂ ਦਾ, ਸਾਰੀਆਂ ਸ਼ਕਤੀਆਂ ਦਾ, ਸਾਰੀਆਂ ਦਾਤਾਂ ਪਦਾਰਥਾਂ ਦਾ ਖਜ਼ਾਨਾ ਹੈ। ਅਮੁੱਲੇ, ਅਮੋਲਕ ਹੈ, ਜਿਸ ਦਾ ਮੁੱਲ ਨਹੀਂ ਪਾਇਆ ਜਾਂਦਾ। ਨਿਰਭਉ ਨਿਰਵੈਰ ਅਥਾ ਅਤੁੱਲੇ, ਡਰਾਂ ਤੋਂ ਰਹਿਤ ਹੈ, ਭੈ ਵਿੱਚ ਸਭ ਆਕਾਰ ਹੈ। ਨਿਰਭਉ ਹਰ ਜੀਉ ਸੋਏ, ਸਭ ਤੋਂ ਉੱਪਰ ਜੋ ਹੈ, ਇਸ ਕਰਕੇ ਡਰ ਕੋਈ ਨਹੀਂ। ਨਿਰਵੈਰ, ਵੈਰ ਵੀ ਕਿਸੇ ਨਾਲ ਨਹੀਂ, ਉਹਦਾ ਸ਼ਰੀਕ ਹੋਵੇ ਤੇ ਕਿਸੇ ਨਾਲ ਵੈਰ ਕਰੇ, ਸਾਰੇ ਤਾਂ ਉਹਦੀ ਪ੍ਰਜਾ ਹਨ, ਇਸ ਕਰਕੇ ਨਿਰਵੈਰ ਹੈ। ਅਥਾਹ, ਡੂੰਘਾ ਹੈ ਸਮੁੰਦਰ ਵੱਤ। ਅਤੋਲੇ, ਜਿਹਨੂੰ ਤੋਲਿਆ ਨਹੀਂ ਜਾ ਸਕਦਾ ਕਿਸੇ ਚੀਜ਼ ਵਟੇ। ਕੌਣ ਚੀਜ਼ ਹੈ, ਕੌਣ ਵਸਤੂ ਹੈ ਜਿਹਦੇ ਬਰਾਬਰ ਤੋਲਿਆ ਜਾਏ? ਕੌਣ ਉਹ ਸ਼ਕਤੀ, ਕੌਣ ਵਿਅਕਤੀ ਹੈ ਜਿਸ ਦੇ ਬਰਾਬਰ ਤੋਲਿਆ ਜਾ ਸਕੇ? ਅਕਾਲ ਮੂਰਤ ਅਜੂਨੀ ਸੰਭਵ, ਉਹਦਾ ਜੋ ਮੂਰਤ ਵਜੂਦ ਹਸਤੀ ਸਰੂਪ ਹੈ, ਉਹ ਕਾਲ ਸਮੇਂ ਤੋਂ ਰਹਿਤ ਹੈ, ਸਮੇਂ ਦਾ ਉਸ ਦੇ ਉੱਪਰ ਪ੍ਰਭਾਵ ਨਹੀਂ ਹੈ। ਅਜੂਨੀ ਅਜਨਮਾ ਸਰੂਪ ਹੈ। ਸੰਭਵ, ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਹੈ। ਮਨ ਸਿਮਰਤ ਠੰਡਾ ਥੀਵਾਂ ਜੀਓ, ਮਨ ਕਰਕੇ ਉਸ ਪਰਮਾਤਮਾ ਦਾ ਸਿਮਰਨ ਕਰਦਾ ਹੋਇਆ ਮੈਂ ਠੰਡਾ ਹੋ ਜਾਂਦਾ ਹਾਂ। ਮੇਰੀ ਇੱਛਾ ਹੈ ਕਿ ਇਹ ਮਨਾ, ਉਹਦਾ ਸਿਮਰਨ ਕਰਦਾ ਕਰਦਾ ਮੈਂ ਵੀ ਠੰਡਾ ਹੋ ਜਾਵਾਂ। ਠੰਡਾ ਠਾਰ ਭਾਵ ਹੈ
ਕਿ ਅੰਦਰ ਸ਼ਾਂਤੀ ਸ਼ਾਂਤੀ ਸਦਾ ਲਈ ਬਣੀ ਰਹੇ। ਸਦਾ ਸੰਗੀ ਹਰ ਰੰਗ ਗੋਪਾਲਾ, ਭਗਤਾਂ ਦੇ ਸਦਾ ਅੰਗ ਸੰਗ ਵਸਣ ਵਾਲਾ ਹਰੀ ਪ੍ਰਮਾਤਮਾ, ਆਪਣੇ ਰੰਗ ਵਿੱਚ ਰਹਿਣ ਵਾਲਾ ਗੋਪਾਲਾ, ਸ੍ਰਿਸ਼ਟੀ ਦਾ ਪਾਲਕ, ਪ੍ਰੇਮ ਸਰੂਪ। ਊਚ ਨੀਚ ਕਰੇ ਪ੍ਰਤਪਾਲਾ, ਉੱਚੇ ਕੀ ਤੇ ਨੀਵੇਂ ਕੀ, ਸਭ ਊਚ ਨੀਚ ਸਾਰੀ ਸ੍ਰਿਸ਼ਟੀ ਦੇ ਜੀਆਂ ਨੂੰ, ਉੱਚੀਆਂ ਨੀਵੀਆਂ ਨੂੰ, ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਸਭ ਦੀ ਪ੍ਰਤਪਾਲਾ ਕਰਨ ਵਾਲਾ ਹੈ। ਨਾਮ ਰਸਾਇਣ, ਐਸੇ ਵਾਹਿਗੁਰੂ ਪ੍ਰਮਾਤਮਾ ਦਾ ਜੋ ਨਾਮ ਹੈ ਇੱਕ ਰਸਾਇਣ ਹੈ, ਰਸ ਦਾ ਘਰ। ਰਸਾਇਣ ਹੁੰਦੀ ਹੈ ਗਜ਼ਾ, ਜਿਵੇਂ ਪਾਰਾ ਸੋਧਿਆ ਹੋਇਆ ਹੁੰਦਾ ਉਹਨੂੰ ਕਹਿੰਦੇ ਰਸਾਇਣ ਸੋਧ ਕੇ ਰੱਖੀ ਹੋਈ ਹੈ। ਰਸਾਇਣ ਦਾ ਅਰਥ ਦਵਾਈ ਵੀ ਹੈ ਵੈਸੇ। ਰਸਾਇਣ ਗਜ਼ਾ, ਰਸ ਦਾ ਘਰ ਉਹਦਾ ਨਾਮ ਹੈ। ਮਨ ਤ੍ਰਿਪਤਾਇਣ, ਜੋ ਮਨ ਨੂੰ ਤ੍ਰਿਪਤੀ ਦੇਣ ਵਾਲਾ ਹੈ ਨਾਮ। ਗੁਰਮੁਖ ਅੰਮ੍ਰਿਤ ਪੀਵਾਂ ਜੀਓ, ਗੁਰਾਂ ਦੇ ਸਨਮੁਖ ਹੋ ਕੇ ਮੈਂ ਐਸੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਪੀਂਦਾ ਹਾਂ। ਦੁੱਖ ਸੁੱਖ ਪਿਆਰੇ ਤੁਧ ਧਿਆਈ, ਹੇ ਵਾਹਿਗੁਰੂ ਮੇਰੇ ਤੇ ਬਖਸ਼ਿਸ਼ ਕਰਕੇ, ਭਾਵੇਂ ਦੁੱਖ ਹੋਵੇ ਤੇ ਭਾਵੇਂ ਸੁੱਖ ਹੋਵੇ। ਹੇ ਪਿਆਰੇ ਵਾਹਿਗੁਰੂ ਮੈਂ ਤੁਹਾਨੂੰ ਹੀ ਧਿਆਉਂਦਾ ਰਹਾਂ, ਤੁਹਾਡਾ ਹੀ ਸਿਮਰਨ ਕਰਦਾ ਰਹਾਂ। ਇਹ ਸੁਮੱਤ ਗੁਰੂ ਤੇ ਪਾਈ, ਇਹ ਜਿਹੜੀ ਸ੍ਰੇਸ਼ਟ ਮੱਤ ਬੁੱਧ ਅਕਲ ਹੈ ਇਹ ਸਤਿਗੁਰੂ ਮਹਾਰਾਜ ਦੇ ਪਾਸੋਂ ਪ੍ਰਾਪਤ ਕੀਤੀ। ਇਸ ਕਰਕੇ ਮੈਂ ਦੁੱਖ ਸੁੱਖ ਦੇ ਵਿੱਚ ਪਿਆਰੇ ਵਾਹਿਗੁਰੂ ਨੂੰ, ਹੇ ਵਾਹਿਗੁਰੂ ਪਿਆਰੇ ਜੀ ਤੁਹਾਨੂੰ ਧਿਆਉਂਦਾ ਰਹਿਣਾ। ਨਾਨਕ ਕੀ ਧਰ ਤੂੰ ਹੈ ਠਾਕੁਰ, ਮੇਰੀ ਧਰ ਮਤਲਬ ਟੇਕ, ਆਸਰਾ, ਸਹਾਰਾ ਤੁਸੀਂ ਹੀ ਤੁਸੀਂ ਹੋਏ ਠਾਕੁਰ, ਸ੍ਰਿਸ਼ਟੀ ਦੇ ਮਾਲਕ ਵਾਹਿਗੁਰੂ ਜੀ। ਹਰ ਰੰਗ ਪਾਰ ਪ੍ਰੀਵਾਂ ਜੀਓ। ਅਤੇ ਇਸ ਕਰਕੇ ਇਹ ਹਰੀ ਜੀ ਤੁਹਾਡੇ ਪ੍ਰੇਮ ਰੰਗ ਵਿੱਚ ਹੀ ਰੰਗਿਆ ਹੋਇਆ ਮੈਂ ਪਾਰ ਪਵਾਂਗਾ। ਪਾਰ ਪੈਂਦਾ, ਸੰਸਾਰ ਸਮੁੰਦਰ ਤੋਂ ਪਾਰ ਉਤਰਦਾ ਹਾਂ, ਤੁਹਾਡੇ ਪ੍ਰੇਮ ਰੰਗ ਵਿੱਚ ਰੰਗਿਆ ਜਾ ਕੇ ਮੈਂ ਸੰਸਾਰ ਤੋਂ ਪਾਰ ਹੋ ਜਾਵਾਂਗਾ। ਇਹ ਪਰਮ ਪਵਿੱਤਰ ਉਪਦੇਸ਼ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਸਾਨੂੰ ਬਖਸ਼ਿਸ਼ ਕੀਤਾ ਹੈ। ਬੇਅੰਤ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।